ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਬਹੁਤ ਹੀ ਇੰਪੋਰਟੈਂਟ ਕਲਾਸ ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਪੋਲਿਟੀ ਦੇ ਇੰਪੋਰਟੈਂਟ ਆਰਟੀਕਲ, ਪੋਲਿਟੀ ਦੇ ਆਪਣੇ ਇੰਪੋਰਟੈਂਟ ਸ਼ਡਿਊਲ, ਇੰਪੋਰਟੈਂਟ ਪਾਰਟਸ ਤੇ ਨਾਲ ਹੀ ਇਹਦੇ ਨਾਲ ਹੀ ਆਪਾਂ ਜਿਹੜੇ ਕਿ ਆਪਣੇ ਸੰਵਿਧਾਨ ਦੇ ਜਿਹੜੇ ਸੋਰਸ ਨੇ, ਠੀਕ ਆ, ਕਿ ਜਿਹੜੇ ਆਪਾਂ ਸੋਰਸ ਕਿਹੜੀ ਕੰਟਰੀ ਤੋਂ ਆਪਾਂ ਕਿਹੜਾ ਸੋਰਸ ਅਡੋਪਟ ਕੀਤਾ ਵਾ ਜਾਂ ਬੋਰੋ ਕੀਤਾ ਵਾ, ਠੀਕ ਆ। ਸੋ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਇਹਦੇ ਵਿੱਚ ਨਾ ਬਹੁਤ ਜ਼ਿਆਦਾ ਚੀਜ਼ਾਂ ਹੋ ਜਾਂਦੀਆਂ ਨੇ, ਪਰ ਆਪਾਂ ਜਸਟ ਉਹ ਐਕਸਪਲੇਨ ਕਰਾਂਗੇ, ਸਿਰਫ ਉਹ ਵਾਲੀਆਂ ਚੀਜ਼ਾਂ ਹੀ ਐਕਸਪਲੇਨ ਕਰਾਂਗੇ ਜਿਹੜੀ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਬਣਦੀਆਂ ਨੇ। ਸੋ PDF ਤੁਹਾਨੂੰ ਕੱਲ੍ਹ ਨੂੰ ਮਿਲ ਜਾਏਗੀ, ਬਾਕੀ ਚੀਜ਼ਾਂ ਤੁਸੀਂ PDF ਤੋਂ ਰਿਵਾਈਜ਼ ਕਰ ਸਕਦੇ ਹੋ। ਇਹਦੇ ਵਿੱਚ ਆਪਾਂ ਜਸਟ ਇੰਪੋਰਟੈਂਟ ਚੀਜ਼ਾਂ ਹੀ ਤੁਹਾਨੂੰ ਦੱਸਾਂਗੇ ਕਿ ਇਹ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਬਣਦੀਆਂ ਨੇ, ਜਿਹੜੀਆਂ ਕਿ ਪਿਛਲੇ ਪੇਪਰਾਂ 'ਚ ਬਾਰ-ਬਾਰ ਪੁੱਛੀਆਂ ਜਾਂਦੀਆਂ ਨੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਪਹਿਲੀ। ਸਭ ਤੋਂ ਪਹਿਲਾਂ ਜੀ ਜਿਹੜੇ ਸੋਰਸ ਲਏ ਨੇ ਆਪਾਂ, ਠੀਕ ਆ, ਇੰਡੀਅਨ ਕਨਸਟੀਟਿਊਸ਼ਨ ਦੇ, ਸਭ ਤੋਂ ਪਹਿਲਾਂ ਆਪਾਂ ਉਹ ਕਰਨ ਜਾ ਰਹੇ ਹਾਂ। ਹੁਣ ਜੀ ਗਵਰਨਮੈਂਟ ਆਫ ਇੰਡੀਆ ਐਕਟ 1935, ਆਪਾਂ ਸਾਰਿਆਂ ਨੂੰ ਪਤਾ ਕਿ 60 ਤੋਂ 70% ਆਪਣਾ ਜਿਹੜਾ ਆਪਣਾ ਸੰਵਿਧਾਨ ਵਾ, ਠੀਕ ਹੈ, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਹਿਸਾਬ ਦੇ ਨਾਲ ਹੀ ਉਹਦੇ ਅਕੋਰਡਿੰਗ ਹੀ ਇਹਨਾਂ ਨੇ ਸੈੱਟ ਕੀਤਾ ਹੋਇਆ ਵਾ। ਹੁਣ ਇਹਦੇ ਵਿੱਚ ਜ਼ਿਆਦਾਤਰ ਮੇਨ ਚੀਜ਼ਾਂ ਕਿਹੜੀਆਂ ਨੇ? ਹੁਣ ਜਿਵੇਂ ਮੰਨ ਲਓ ਕਿ ਫੈਡਰਲ ਸਕੀਮ ਹੋ ਗਈ, ਇਹ ਵੀ ਆਪਣੀ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਆ। ਆਫਿਸ ਆਫ ਗਵਰਨਰ, ਜੁਡੀਸ਼ਰੀ ਹੋ ਗਈ ਆਪਣੀ, ਠੀਕ ਆ, ਪਬਲਿਕ ਸਰਵਿਸ ਕਮਿਸ਼ਨ ਹੋ ਗਿਆ, ਐਮਰਜੈਂਸੀ ਪ੍ਰੋਵੀਜ਼ਨਸ ਹੋ ਗਈਆਂ, ਨੈਕਸਟ ਆਪਣਾ ਐਡਮਿਨਿਸਟ੍ਰੇਟਿਵ ਡਿਟੇਲਸ ਹੋ ਗਈਆਂ। ਇਹ ਵਾਲੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ 1935 ਸੰਵਿਧਾਨ ਆਪਣੇ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਲਈਆਂ ਨੇ। ਹੁਣ ਨੈਕਸਟ ਚੱਲਦੇ ਹਾਂ ਜੀ ਆਪਾਂ। ਹਾਂ ਜੀ ਬ੍ਰਿਟਿਸ਼ ਸੰਵਿਧਾਨ, ਜਿਹੜਾ ਕਿ ਆਪਾਂ ਬ੍ਰਿਟਿਸ਼ ਸੰਵਿਧਾਨ ਤੋਂ ਆਪਾਂ ਕਿਹੜੀ ਚੀਜ਼ ਲਈ ਆ, ਇਹ ਤੋਂ ਵੀ ਆਪਾਂ ਬਹੁਤ ਚੀਜ਼ਾਂ ਬੋਰੋ ਕੀਤੀਆਂ। ਹੁਣ ਪਾਰਲੀਮੈਂਟਰੀ ਗਵਰਨਮੈਂਟ ਆ ਜਿਹੜੀ ਆਪਣੀ, ਇਹ ਵੀ ਆਪਾਂ ਬ੍ਰਿਟਿਸ਼ ਸੰਵਿਧਾਨ ਤੋਂ ਲਈ ਆ। ਰੂਲ ਆਫ ਲਾਅ, ਹੈ ਨਾ ਜੀ, ਆ ਇਹ ਕਿਸ ਤਰ੍ਹਾਂ ਲਿਆ ਵਾ। ਲੈਜਿਸਲੇਟਿਵ ਪ੍ਰੋਸੀਜਰ, ਵੈਸੇ ਇਹ ਚੀਜ਼ਾਂ ਨਾ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਨਾਲ, ਜਿਹੜੀਆਂ ਆਪਣੀਆਂ ਪਹਿਲੀਆਂ 26 ਕਲਾਸਾਂ ਹੋ ਚੁੱਕੀਆਂ ਨੇ, ਉਹਦੇ ਵਿੱਚ ਮੈਂ ਚੀਜ਼ਾਂ ਤੁਹਾਨੂੰ ਸਮਝਾ ਚੁੱਕਿਆ ਵਾਂ। ਸੋ ਉਹ ਚੀਜ਼ਾਂ ਦੀ ਇੱਕ ਤਰ੍ਹਾਂ ਨਾਲ ਤੁਹਾਡੀ ਰਿਵੀਜ਼ਨ ਹੋ ਜਾਏਗੀ, ਤਾਂ ਇਸੇ ਕਰਕੇ ਮੈਂ ਇਹਨੂੰ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ। ਜਸਟ ਆਪਾਂ ਉਹੀ ਚੀਜ਼ ਕਰਾਂਗੇ ਜਿਹੜੀ ਕਿ ਮਤਲਬ ਕਿ ਹਾਂਜੀ ਸਿਰਫ ਟੂ ਦੀ ਪੁਆਇੰਟ ਹੀ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਉੱਤੇ ਤੁਸੀਂ ਜ਼ਿਆਦਾ ਕਰਨਾ ਵਾ, ਠੀਕ ਆ। ਹੁਣ ਆਹ ਚੀਜ਼ ਨਾ ਪੇਪਰ ਦੇ ਵਿੱਚ ਆਹ ਚੀਜ਼ ਬਹੁਤ ਪੁੱਛੀ ਜਾਂਦੀ ਹੈ ਕਿ ਸਿੰਗਲ ਸਿਟੀਜ਼ਨਸ਼ਿਪ ਅਸੀਂ ਕਿੱਥੋਂ ਲਈ ਆ, ਤੇ ਨੈਕਸਟ ਆਪਣਾ ਕੈਬਨਿਟ ਸਿਸਟਮ ਅਸੀਂ ਕਿੱਥੋਂ ਲਿਆ ਵਾ, ਠੀਕ ਆ। ਇਹ ਕਿਤੋਂ ਲਿਆ ਜੀ? ਇਹ ਆਪਣਾ UK ਬ੍ਰਿਟੇਨ ਤੋਂ ਲਿਆ ਵਾ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਪੇਪਰ ਦੇ ਵਿੱਚ, ਠੀਕ ਆ। ਅਧਿਕਾਰ ਤੇ ਜਿਵੇਂ ਰਿਟਾਂ ਹੋ ਗਈਆਂ, ਉਹ ਕਿਤੋਂ ਲਈਆਂ ਨੇ, ਠੀਕ ਆ। ਪਾਰਲੀਮੈਂਟਰੀ ਪ੍ਰਿਵਿਲੇਜਸ ਹੋ ਗਈਆਂ ਆਪਣੀਆਂ, ਬਾਈ ਕੈਮਰਲਿਜ਼ਮ ਕਿੱਥੋਂ ਲਿਆ ਵਾ, ਠੀਕ ਆ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਬਣ ਜਾਂਦੀਆਂ ਨੇ, ਇਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਦੇ ਵਿੱਚੋਂ ਕੋਈ ਵੀ ਪੁੱਛ ਸਕਦੇ ਨੇ, ਇਸ ਲਈ ਮੈਂ ਸਾਰੀਆਂ ਬੋਲ ਰਿਹਾ ਹਾਂ, ਠੀਕ ਆ। ਅੱਗੇ ਜਾ ਕੇ ਆਪਾਂ ਆਰਟੀਕਲ ਹੋ ਗਏ ਜਾਂ ਪਾਰਟਸ ਹੋ ਗਏ, ਉਹ ਮੈਂ ਤੁਹਾਨੂੰ ਦੱਸ ਦਾਂਗਾ ਕਿ ਮੇਨ ਤੁਸੀਂ ਕਿਹਦੇ ਉੱਤੇ ਵੱਧ ਫੋਕਸ ਕਰਨਾ ਵਾ। ਹੁਣ ਆ ਗਿਆ ਜੀ ਸਾਡਾ US ਕਨਸਟੀਟਿਊਸ਼ਨ, ਅਮਰੀਕੀ ਸੰਵਿਧਾਨ ਤੋਂ ਇੰਨੀਆਂ ਵਧੀਆ ਚੀਜ਼ਾਂ ਆਪਣੀਆਂ, ਠੀਕ ਆ ਜੀ, ਲਈਆਂ ਨੇ ਇਹਨਾਂ ਨੇ। ਕਿਹੜੀਆਂ? ਹੁਣ ਜਿਵੇਂ ਸਪੋਜ਼ ਕਰ ਲਓ ਫੰਡਾਮੈਂਟਲ ਰਾਈਟਸ ਬਹੁਤ ਚੰਗੀ ਤਰ੍ਹਾਂ ਆਪਣੇ ਕੀਤੇ ਹੋਏ ਆ ਪਾਰਟ 3 ਦੇ ਵਿੱਚ 12 ਤੋਂ 35 ਨੰਬਰ ਆਰਟੀਕਲ 'ਚ, ਠੀਕ ਆ। ਇਹ ਕਿਤੋਂ ਲਿਆ? ਅਮਰੀਕੀ ਸੰਵਿਧਾਨ ਤੋਂ। ਬਹੁਤ ਵਾਰ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾ ਚੁੱਕੀ ਆ। ਹੁਣ ਜੀ ਪਾਲਿਕਾ ਦੀ ਜਿਹੜੀ ਸੁਤੰਤਰਤਾ ਹੋ ਗਈ, ਇਹ ਵੀ ਬਹੁਤ ਇੰਪੋਰਟੈਂਟ ਆ। ਨਿਆਇਕ ਸਮੀਖਿਆ, ਜੁਡੀਸ਼ੀਅਲ ਰਿਵਿਊ ਸਿਸਟਮ ਆਪਾਂ ਕਿੱਥੋਂ ਲਿਆ? ਇਹ ਵੀ US ਕਨਸਟੀਟਿਊਸ਼ਨ ਤੋਂ ਲਿਆ ਵਾ। ਇੰਪੀਚਮੈਂਟ, ਹੁਣ ਜਿਵੇਂ ਪ੍ਰੈਜ਼ੀਡੈਂਟ ਦੇ ਉੱਤੇ ਜਿਹੜਾ ਮਹਾਦੋਸ਼ ਚੱਲਦਾ, ਇੰਪੀਚਮੈਂਟ ਵਰਡ ਜਿਹੜਾ ਹੁੰਦਾ ਵਾ, ਠੀਕ ਆ, ਯੂਜ਼ ਕੀਤਾ ਵਾ ਪ੍ਰੈਜ਼ੀਡੈਂਟ ਲਈ ਹੀ ਕੀਤਾ ਜਾਂਦਾ ਵਾ ਇਹ ਇੰਪੀਚਮੈਂਟ ਵਰਡ ਯੂਜ਼। ਦੈਨ ਇਹ ਆਪਣਾ ਹੋ ਗਿਆ, ਠੀਕ ਆ, ਇੰਪੀਚਮੈਂਟ ਹੋ ਗਈ। ਜਾਂ ਰਿਮੂਵਲ ਆਫ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ, ਬਹੁਤ ਵਾਰ ਪੁੱਛਿਆ, ਠੀਕ ਆ ਜੀ, US ਕਨਸਟੀਟਿਊਸ਼ਨ ਤੋਂ ਹੀ ਲਿਆ ਹੋਇਆ, ਕਿਹੜੇ ਤਰੀਕੇ ਨਾਲ ਹੋਣਾ ਵਾ। ਹੁਣ ਰਿਮੂਵਲ, ਜਿਹੜੀ ਇੱਕ ਚੀਜ਼ ਯਾਦ ਰੱਖਿਓ, ਕਦੇ ਵੀ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਆ ਗਏ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਾਂ ਦਾ ਪ੍ਰੋਸੀਜਰ ਕੀ ਆ, ਇਹਨਾਂ ਦੋਨਾਂ ਦਾ ਪਹਿਲੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੈ। ਸੇਮ ਟੂ ਸੇਮ ਆ, ਠੀਕ ਆ। ਜਿਹੜੇ ਪ੍ਰੋਸੀਜਰ ਦੇ ਨਾਲ ਸੁਪਰੀਮ ਕੋਰਟ ਦਾ ਜੱਜ ਰਿਮੂਵ ਹੋਣਾ, ਉਸੇ ਸੇਮ ਪ੍ਰੋਸੈਸ ਦੇ ਨਾਲ ਹਾਈ ਕੋਰਟ ਦਾ ਜੱਜ ਵੀ ਰਿਮੂਵ ਹੁੰਦਾ ਵਾ। ਨੈਕਸਟ ਆ ਗਿਆ ਜੀ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਜਿਹੜਾ ਵਾ, ਠੀਕ ਆ, ਉਹ ਵੀ ਆਪਣਾ ਇਹ ਤੋਂ US ਤੋਂ ਲਿਆ ਵਾ। ਇਰਿਸ਼ ਤੋਂ, ਆਹ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਵਾ ਜੀ, ਆਇਰਲੈਂਡ ਤੋਂ ਕਿਹੜਾ ਲਿਆ ਵਾ ਜੀ ਆਪਣਾ। ਨੈਕਸਟ ਆਪਣਾ ਆਹ ਵਾਲਾ ਸੋਰਸ ਬਹੁਤ ਇੰਪੋਰਟੈਂਟ, DPSP ਬਹੁਤ ਵਾਰ ਪੁੱਛਿਆ ਜਾਂਦਾ। ਨੋਮੀਨੇਸ਼ਨ ਆਫ ਮੈਂਬਰਸ ਆਫ ਰਾਜ ਸਭਾ ਹੋ ਗਿਆ, ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਇਹ ਵੀ ਸਾਡਾ ਇਰਿਸ਼ ਕਨਸਟੀਟਿਊਸ਼ਨ ਜਾਂ ਆਇਰਲੈਂਡ ਲਿਖਿਆ ਪੇਪਰ ਦੇ ਵਿੱਚ ਆਊਗਾ ਤੁਹਾਨੂੰ। ਹਾਂ ਜੀ ਆਸਟ੍ਰੇਲੀਅਨ ਕਨਸਟੀਟਿਊਸ਼ਨ ਤੋਂ ਆਪਾਂ ਕੰਕਰੈਂਟ ਲਿਸਟ ਲਈ ਆ। ਜੁਆਇੰਟ ਸਿਟਿੰਗ ਜਿਹੜੀ ਆਪਣੀ 2 ਹਾਊਸਸ ਦੀ ਪਾਰਲੀਮੈਂਟ ਦੀ ਹੁੰਦੀ ਆ, ਇਹ ਕਿੱਥੋਂ ਲਈ ਆ? ਇਹ ਵੀ ਆਸਟ੍ਰੇਲੀਆ ਤੋਂ ਲਿਆ ਗਿਆ। 108 ਨੰਬਰ ਆਰਟੀਕਲ 'ਚ ਇਹ ਮੈਂਸ਼ਨ ਆ, ਠੀਕ ਆ। ਫਰੀडम ਆਫ ਟ੍ਰੇਡ ਦੀ ਜੇਕਰ ਆਪਾਂ ਗੱਲ ਕਰੀਏ, ਕਮਰਸ ਐਂਡ ਇੰਟਰਕੋਰਸ, ਇਹ ਵੀ ਆਪਾਂ ਆਸਟ੍ਰੇਲੀਅਨ ਕਨਸਟੀਟਿਊਸ਼ਨ ਤੋਂ ਬੋਰੋ ਕੀਤੀ ਆ। ਹਾਂ ਜੀ ਕੈਨੇਡੀਅਨ ਕਨਸਟੀਟਿਊਸ਼ਨ ਦਾ ਫੈਡਰਲ ਸਿਸਟਮ, ਜਿਹੜਾ ਆਪਾਂ ਫੈਡਰੇਸ਼ਨ ਕਹਿੰਦੇ ਆ ਕਿ ਜਿੱਥੇ ਸਟਰੋਂਗ ਹੋਊਗੀ ਜ਼ਿਆਦਾ ਸੈਂਟਰ। ਹੁਣ ਰੈਜ਼ੀਡੂਰੀ ਪਾਵਰਸ ਜਿਹੜੀਆਂ ਸੈਂਟਰ ਦੇ ਵਿੱਚ ਜਿਹੜੀਆਂ ਕੀਤੀਆਂ ਨੇ, ਠੀਕ ਆ। ਅਪਾਇੰਟਮੈਂਟ ਆਫ ਸਟੇਟ ਗਵਰਨਰ ਆਫ ਦਾ ਸਟੇਟ ਗਵਰਨਰਸ ਬਾਏ ਦਾ ਸਟੇਟ, ਠੀਕ ਆ, ਇਹ ਵੀ ਆਪਣੀਆਂ ਤੋਂ ਲਈ ਆ ਕੈਨੇਡੀਅਨ ਤੋਂ। ਨੈਕਸਟ ਆ ਗਿਆ ਐਡਵਾਈਜ਼ਰੀ ਜੁਡੀਸ਼ਰੀ ਆਫ ਸੁਪਰੀਮ ਕੋਰਟ, ਇਹ ਵੀ ਆਪਣਾ ਇੱਥੋਂ ਲਿਆ ਵਾ। ਤਾਂ ਜੀ ਨੈਕਸਟ ਆਪਣਾ ਜਰਮਨ ਤੋਂ ਸਿਰਫ ਆਪਾਂ ਜਿਹੜਾ ਐਮਰਜੈਂਸੀ ਦੌਰਾਨ ਜਿਹੜੇ ਮਤਲਬ ਮੌਲਿਕ ਅਧਿਕਾਰਾਂ ਦੀ, ਫੰਡਾਮੈਂਟਲ ਰਾਈਟ ਦੀ ਜਿਹੜੀ ਆਪਾਂ ਸਸਪੈਂਸ਼ਨ ਹੁੰਦੀ ਆ, ਉਹ ਵੀ ਇਹਦੇ ਵਿੱਚ ਲਈ ਆ, ਠੀਕ ਆ ਜੀ। ਸੋ ਇਹ ਕਲਾਸ ਨੂੰ ਲਗਭਗ ਕੱਲ ਤੋਂ ਮੈਂ ਤਿਆਰ ਕਰ ਰਿਹਾ, ਤਾਂ ਇਹਦੇ ਵਿੱਚ ਇਹੀ ਕੋਸ਼ਿਸ਼ ਕੀਤੀ ਹੈ ਕਿ ਨਾਲ ਤੁਹਾਨੂੰ ਇੰਗਲਿਸ਼ ਦੇ ਵਿੱਚ ਤਾਂ ਕਰਾ ਰਹੇ ਹਾਂ, ਨਾਲ ਦੀ ਨਾਲ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਕੰਟੈਂਟ ਪ੍ਰੋਵਾਈਡ ਕੀਤਾ ਹੋਇਆ। ਕਿਉਂਕਿ ਇਸ ਤਰ੍ਹਾਂ ਵਾ ਨਾ, ਕਈ ਵਾਰ ਕੁਝ ਕੈਂਡੀਡੇਟ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਇੰਗਲਿਸ਼ 'ਚ ਪੜ੍ਹਨਾ ਪਸੰਦ ਕਰਦੇ ਨੇ, ਕੁਝ ਕੈਂਡੀਡੇਟ ਨੂੰ ਇਹ ਹੁੰਦਾ ਕਿ ਹਾਂਜੀ ਪੰਜਾਬੀ ਦੇ ਵਿੱਚ ਚੀਜ਼ ਮਿਲ ਜਾਵੇ ਤਾਂ ਉਹ ਜ਼ਿਆਦਾ ਬੈਟਰ ਰਹਿੰਦੀ ਆ। ਸੋ ਤੁਹਾਡੇ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗਦਾ ਉਸ ਤਰ੍ਹਾਂ ਤੁਸੀਂ ਪੜ੍ਹ ਸਕਦੇ ਹੋ। ਹੁਣ ਜੀ ਸੋਵੀਅਤ ਯੂਨੀਅਨ ਜਿਹੜੀ ਹੋ ਗਈ ਕਨਸਟੀਟਿਊਸ਼ਨ ਹੋ ਗਿਆ, ਜਿਹਨੂੰ ਆਪਾਂ USSR ਜਾਂ ਰਸ਼ੀਆ ਵੀ ਕਹਿ ਦਿੰਦੇ ਹਾਂ, ਇੱਥੋਂ ਆਪਾਂ ਫੰਡਾਮੈਂਟਲ ਡਿਊਟੀਜ਼ ਬਹੁਤ ਵਾਰ ਪੁੱਛ ਚੁੱਕੇ ਨੇ ਜੀ ਪੇਪਰ ਦੇ ਵਿੱਚ। ਫੰਡਾਮੈਂਟਲ ਡਿਊਟੀਜ਼ ਰਸ਼ੀਆ, USSR ਜਾਂ ਸੋਵੀਅਤ ਆਊਗਾ
ਇਹੀ ਟਿਕ ਲਾਉਣਾ ਵਾ ਤੁਸੀਂ। ਇੱਕ ਨਾ ਆਈਡੀਅਲ ਜਿਹੜਾ ਆਈਡੀਆ ਆਫ ਦਾ ਜਸਟਿਸ ਜਿਵੇਂ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਪ੍ਰੈਂਬਲ ਦੇ ਵਿੱਚ ਆ, ਉਹ ਵੀ ਅਸੀਂ USSR ਤੋਂ ਲਿਆ ਵਾ। ਜਾਪਾਨੀਜ਼ ਤੋਂ ਅਸੀਂ ਇੱਕ ਚੀਜ਼ ਲਈ ਆ ਜੀ ਆਪਣੀ, ਕਿਹੜੀ ਆ ਜੀ, ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾਅ। ਔਰ ਨੈਕਸਟ ਆ ਗਿਆ ਜੀ ਹੋਰ ਕਿਹੜਾ ਸੋਰਸ ਆਪਣਾ ਹੈਗਾ ਜੀ, ਸਾਊਥ ਅਫਰੀਕਾ ਤੋਂ ਸਭ ਤੋਂ ਇੰਪੋਰਟੈਂਟ ਜਿਹੜਾ ਕਨਸਟੀਟਿਊਸ਼ਨ ਦਾ ਜਿਹੜਾ ਪ੍ਰੋਸੈਸ ਆ, ਜਿਹੜਾ ਆਪਣਾ ਅਮੈਂਡਮੈਂਟ ਕਰਦਾ, ਜਿਹੜਾ ਆਪਣੇ ਸੰਵਿਧਾਨ ਦੇ 368 ਨੰਬਰ ਆਰਟੀਕਲ 'ਚ ਲਿਖਿਆ, ਇਹ ਆਪਾਂ ਪੂਰੀ ਦੀ ਪੂਰੀ ਕਲਾਸ, ਇੱਕ ਮਾਤਰ ਕਲਾਸ ਆਪਣੀ ਇੰਡੀਅਨ ਕਨਸਟੀਟਿਊਸ਼ਨ ਦੀ ਰਹਿੰਦੀ ਆ ਡਿਟੇਲ ਦੇ ਵਿੱਚ। ਇਹ ਆਪਾਂ ਕਿੱਥੇ ਕਰਨ ਜਾ ਰਹੇ ਹਾਂ ਜੀ, ਇਹ ਆਪਾਂ ਜਿਹੜੀ ਆਪਣੀ ਅਗਲੀ ਲਾਸਟ ਕਲਾਸ 28 ਨੰਬਰ ਕਲਾਸ 'ਚ ਆਪਾਂ ਸਾਰੀ ਆਪਣੀ ਇੰਪੋਰਟੈਂਟ ਜਿਹੜੀਆਂ ਅਮੈਂਡਮੈਂਟਸ ਹੋਈਆਂ ਨੇ, ਅਮੈਂਡਮੈਂਟ ਕਿੰਨੇ ਪ੍ਰਕਾਰ ਦੀ ਹੁੰਦੀ ਆ, ਕਿਵੇਂ ਹੁੰਦੀ ਆ, ਕਿਵੇਂ ਨਹੀਂ, ਸਾਰਾ ਆਪਾਂ ਡਿਟੇਲ ਦੇ ਵਿੱਚ 28 ਨੰਬਰ ਆਖਰੀ ਨੰਬਰ ਕਲਾਸ 'ਚ ਕਰ ਲਵਾਂਗੇ। ਇੱਕ ਚੀਜ਼ ਦਾ ਧਿਆਨ ਰੱਖਿਓ ਜੀ, ਆਪਣੇ ਜਿੰਨੇ ਵੀ ਇਹ ਚੀਜ਼ਾਂ ਨੂੰ ਮੈਂ ਐਕਸਪਲੇਨ ਤਾਂ ਨਹੀਂ ਕਰ ਰਿਹਾ, ਟੂ ਦੀ ਪੁਆਇੰਟ ਮੈਂ ਗੱਲ ਤਾਂ ਨਹੀਂ ਕਰ ਰਿਹਾ ਕਿਉਂਕਿ ਇਹਦੇ ਵਿੱਚ ਫਿਲਹਾਲ ਆਪਾਂ ਇਹਨਾਂ ਚੀਜ਼ਾਂ ਨੂੰ ਬਹੁਤ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਪੜ੍ਹਾਇਆ ਹੋਇਆ ਵਾ ਇਸ ਤੋਂ ਪਹਿਲਾਂ 26-27 ਕਲਾਸਾਂ ਦੇ ਵਿੱਚ। ਸੋ ਇਹ ਚੀਜ਼ਾਂ ਤੁਹਾਨੂੰ ਪਹਿਲੀਆਂ ਕਲਾਸਾਂ ਦੇਖਣੀਆਂ ਪੈਣਗੀਆਂ ਤਾਂ ਹੀ ਤੁਹਾਨੂੰ ਇਹ ਚੀਜ਼ਾਂ ਸਮਝ ਆਉਣਗੀਆਂ। ਅਜੇ ਫਿਲਹਾਲ ਜਸਟ ਆਪਾਂ ਟੂ ਦੀ ਪੁਆਇੰਟ ਗੱਲ ਕਰ ਰਹੇ ਹਾਂ ਕਿ ਜਿਹੜੀ ਸਿੱਧੀ ਪੇਪਰ ਦੇ ਵਿੱਚ ਕੁਐਸਚਨ ਬਣਦਾ ਕਿ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਕਿਹੜਾ ਸੋਰਸ ਲਿਆ ਵਾ, ਠੀਕ ਆ। ਦੱਖਣੀ ਅਫਰੀਕਾ ਸੰਵਿਧਾਨ ਤੋਂ ਅਸੀਂ ਕੀ ਲਿਆ, ਸੰਵਿਧਾਨ ਨੂੰ ਸੋਧ ਕਰਨ ਦਾ ਤਰੀਕਾ 368 ਨੰਬਰ ਆਰਟੀਕਲ 'ਚ ਜਿਹੜਾ ਦਰਜ ਆ। ਔਰ ਰਾਜ ਸਭਾ ਦੇ ਮੈਂਬਰਾਂ ਦੇ ਇਲੈਕਸ਼ਨ ਦਾ ਦੱਖਣੀ ਅਫਰੀਕਾ ਦਾ। ਫ੍ਰੈਂਚ ਕਨਸਟੀਟਿਊਸ਼ਨ ਦਾ ਆ ਪੇਪਰ ਦੇ ਵਿੱਚ ਬਹੁਤ ਵਾਰ ਪੁੱਛ ਚੁੱਕਿਆ ਜੀ, ਜਿਹੜੇ ਪ੍ਰੈਂਬਲ ਦੇ ਵਿੱਚ ਨਾ ਆਪਣੇ ਲਿਬਰਟੀ, ਇਕੁਐਲਿਟੀ ਤੇ ਫਰੈਂਟੀਟੀ ਆ, ਇਹ ਕਿੱਥੋਂ ਲਏ ਨੇ ਜੀ, ਆ ਰਿਪਬਲਿਕ ਨਾ, ਇਹ ਆਪਣਾ ਫ੍ਰੈਂਚ ਕਨਸਟੀਟਿਊਸ਼ਨ ਤੋਂ ਲਏ ਨੇ, ਠੀਕ ਆ। ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਹੈ, ਇਸ ਲਈ ਕਰਵਾ ਰਹੇ ਹਾਂ ਆਪਾਂ। ਹੁਣ ਜੀ ਦੇਖੋ ਜੀ ਮੇਨ ਚੀਜ਼ ਆ ਗਈ ਜੀ, ਸ਼ਡਿਊਲ ਆ ਗਏ ਜਿਹੜੇ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ। ਸ਼ਡਿਊਲ ਤੋਂ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ, ਖਾਸ ਕਰ ਤੁਸੀਂ ਨਾ ਪੰਜਾਬ ਪੁਲਿਸ ਦੇ ਪੇਪਰ ਦੇਖੋ, ਉਹਦੇ ਵਿੱਚ ਸ਼ਡਿਊਲ 'ਚੋਂ ਕਾਫੀ ਕੁਐਸਚਨ ਆਏ ਹੋਏ ਨੇ ਕਿ ਹਾਂਜੀ ਕਿਹੜੀ ਚੀਜ਼ ਕਿੰਨੇ ਨੰਬਰ ਸ਼ਡਿਊਲ ਦੇ ਵਿੱਚ ਮੈਂਸ਼ਨ ਆ। ਹੁਣ ਦੇਖੋ ਜੀ ਨੇਮ ਆਫ ਦੀ ਸਟੇਟ ਐਂਡ ਯੂਨੀਅਨ ਦੀ ਜੇਕਰ ਆਪਾਂ ਗੱਲ ਕਰੀਏ, ਪਹਿਲੇ ਸ਼ਡਿਊਲ ਦੇ ਵਿੱਚ ਇਹ ਚੀਜ਼ ਆਪਣੀ ਦਰਜ ਆ, ਠੀਕ ਆ ਜੀ। ਹੁਣ ਨੈਕਸਟ ਨਾਲ ਹੀ ਆਪਾਂ 1 ਤੋਂ 4 ਨੰਬਰ ਆਰਟੀਕਲ ਇਹਦੇ ਵਿੱਚ ਕਵਰ ਹੁੰਦਾ ਵਾ। 1 ਨੰਬਰ ਸ਼ਡਿਊਲ 'ਚ ਆਪਾਂ ਤੁਹਾਨੂੰ ਆਰਟੀਕਲ ਵੀ ਦੇ ਦਿੱਤੇ, ਪੰਜਾਬੀ 'ਚ ਵੀ ਵਰਡ ਦਿੱਤੇ, ਨਾਲ ਦੀ ਨਾਲ ਆਪਾਂ ਤੁਹਾਨੂੰ ਪੰਜਾਬੀ ਦੇ ਵਿੱਚ ਉਹਦੀ ਜਿਹਦੇ ਵਿੱਚ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਵੀ ਸ਼ਾਮਲ ਆ, ਰਾਜਾਂ ਦਾ ਖੇਤਰੀ ਅਧਿਕਾਰ ਖੇਤਰ ਵੀ ਸ਼ਾਮਲ ਆ, ਠੀਕ ਆ। 1 ਤੋਂ 4 ਨੰਬਰ ਆਰਟੀਕਲ ਦੇ ਵਿੱਚ ਸਾਡਾ ਪਹਿਲਾ ਆ ਗਿਆ। ਹੁਣ ਦੂਜਾ ਆਪਣਾ ਕਿਹੜਾ ਸ਼ਡਿਊਲ ਆ ਗਿਆ ਜੀ, ਦੂਜੇ ਸ਼ਡਿਊਲ 'ਚ ਆਹ ਆਰਟੀਕਲ ਕਵਰ ਹੋ ਰਹੇ ਨੇ ਆਪਣੇ, ਪੜ੍ਹ ਲਿਓ ਤੁਸੀਂ PDF ਦੇ ਵਿੱਚ ਪੜ੍ਹ ਲਿਓ, ਠੀਕ ਆ। ਇਹਦੇ ਵਿੱਚ ਹੁਣ ਮੰਨ ਲਓ ਭੱਤਿਆਂ, ਵਿਸ਼ੇਸ਼ ਭੱਤਿਆਂ, ਅਧਿਕਾਰਾਂ ਦਾ, ਪ੍ਰੈਜ਼ੀਡੈਂਟ ਆਫ ਇੰਡੀਆ ਦਾ, ਠੀਕ ਆ, ਸਾਰਾ ਕੁਝ ਸ਼ਡਿਊਲ ਆਫ ਦਾ, ਗਵਰਨਰ ਦੇ ਜਿਹੜੇ ਮਤਲਬ ਭੱਤੇ ਹੋ ਗਏ ਜਾਂ ਅਲਾਉੈਂਸ ਹੋ ਗਏ, ਪ੍ਰਿਵਿਲੇਜਸ ਹੋ ਗਏ, ਇਹ ਸਾਰਾ ਕੁਝ, ਸਪੀਕਰ ਆਫ ਲੋਕ ਸਭਾ, ਡਿਪਟੀ ਸਪੀਕਰ ਆਫ ਲੋਕ ਸਭਾ ਦੇ ਇਹਦੇ ਜਿਹੜੇ ਅਲਾਉੈਂਸ ਹੋ ਗਏ, ਉਹ ਵੀ ਆਪਣੇ ਦੂਜੇ ਸ਼ਡਿਊਲ ਦੇ ਵਿੱਚ ਮੈਂਸ਼ਨ ਆ। ਚੇਅਰਮੈਨ ਆਫ ਦਾ ਰਾਜ ਸਭਾ ਐਂਡ ਡਿਪਟੀ ਚੇਅਰਮੈਨ, ਸਪੀਕਰ ਐਂਡ ਡਿਪਟੀ ਸਪੀਕਰ ਹੋ ਗਏ ਲੈਜਿਸਲੇਟਿਵ ਅਸੈਂਬਲੀ ਦੇ ਸਟੇਟਾਂ ਦਾ, ਜਿਹੜੇ ਆਪਾਂ ਬਹੁਤ ਚੰਗੀ ਤਰ੍ਹਾਂ ਇਹ ਸਾਰੇ ਟੌਪਿਕ ਮੈਂ ਇਸੇ ਲਈ ਤੁਹਾਨੂੰ ਸਿਰਫ ਟੂ ਦੀ ਪੁਆਇੰਟ ਕਰਵਾ ਰਿਹਾ, ਮੈਂ ਬਾਰ-ਬਾਰ ਕਹਿ ਰਿਹਾ ਆਪਾਂ ਇਹ ਸਾਰੇ ਟੌਪਿਕ ਬਹੁਤ ਚੰਗੀ ਤਰ੍ਹਾਂ ਪੜ੍ਹੇ ਹੋਏ ਨੇ ਜੀ, ਠੀਕ ਹੈ ਜੀ। ਸੋ ਇਹਦੇ ਉੱਤੇ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ। ਸੋ ਸੁਪਰੀਮ ਕੋਰਟ ਦੇ ਜੱਜ ਹੋ ਗਏ, ਹਾਈ ਕੋਰਟ ਦੇ ਜੱਜਾਂ ਦੇ ਜਿਹੜੇ ਭੱਤੇ ਹੋ ਗਏ, ਉਹ ਸਾਰੇ ਦੂਜੇ ਸ਼ਡਿਊਲ 'ਚ ਸ਼ਾਮਲ ਆ। ਕੈਗ ਦੇ ਭੱਤੇ ਹੋ ਗਏ, ਇਹ ਵੀ ਸਾਰੇ ਦੂਜੇ ਸ਼ਡਿਊਲ 'ਚ। ਹੁਣ ਤੀਜੇ ਦੇ ਵਿੱਚ ਸਿਰਫ ਓਥ, ਇਹ ਚੀਜ਼ ਯਾਦ ਰੱਖਿਓ, ਇਹਦਾ ਮਤਲਬ ਉਹਦੀਆਂ ਸਾਰੀਆਂ ਡਿਟੇਲਾਂ ਨਹੀਂ, ਉਹਦੀ ਜਿਵੇਂ ਹੁਣ ਅੱਗੇ ਉੱਪਰ ਭੱਤੇ ਅਲਾਉੈਂਸ ਵਗੈਰਾ ਸੀਗੇ, ਇਹਦੇ ਤੀਜੇ ਸ਼ਡਿਊਲ ਦੇ ਵਿੱਚ ਸਹੁੰ, ਜਿਵੇਂ ਓਥ ਹੋ ਗਈ, ਓਥ ਉਹਦੇ ਯੂਨੀਅਨ ਮਿਨਿਸਟਰਾਂ ਦੀ ਸਹੁੰ ਤੀਜੇ ਸ਼ਡਿਊਲ 'ਚ ਦਿੱਤੀ ਆ ਕਿ ਕੌਣ ਉਹਦੀ ਸਹੁੰ ਚੁਕਾਉਂਦਾ ਵਾ, ਕਿਵੇਂ ਹੁੰਦੀ ਆ, ਕਿਵੇਂ ਨਹੀਂ ਹੁੰਦੀ, ਸਾਰਾ ਕੁਝ ਇਹਦੇ ਵਿੱਚ ਲਿਖਿਆ। 75 ਨੰਬਰ, 84 ਨੰਬਰ, 99 ਨੰਬਰ, 124 ਨੰਬਰ, ਆ ਸਾਰੇ ਆਰਟੀਕਲ ਇਹਦੇ ਵਿੱਚ ਮੈਂਸ਼ਨ ਹੈ, ਠੀਕ ਹੈ ਜੀ। ਪਾਰਲੀਮੈਂਟਰੀ ਜਿਹੜੇ ਪਾਰਲੀਮੈਂਟਰੀ ਇਲੈਕਸ਼ਨ ਕੈਂਡੀਡੇਟ ਹੁੰਦੇ ਨੇ, ਜਿਹੜੇ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਕਿਵੇਂ ਸਹੁੰ ਚੱਕਦੇ ਨੇ, ਸੁਪਰੀਮ ਕੋਰਟ ਦੇ ਜੱਜਾਂ ਦੀ ਕਿਹੜੇ ਕੌਣ ਸਹੁੰ ਚੁਕਾਉਂਦਾ, ਕਿਵੇਂ ਨਹੀਂ ਚੁਕਾਉਂਦਾ, ਸਾਰਾ ਕੁਝ ਆਪਣੇ ਇਹ ਤੀਜੇ ਸ਼ਡਿਊਲ 'ਚ ਮੈਂਸ਼ਨ ਆ। ਹਾਂਜੀ, ਕੰਟਰੋਲਰ ਐਂਡ ਆਡੀਟਰ ਜਨਰਲ ਦੀ ਸਹੁੰ ਹੋ ਗਈ, ਠੀਕ ਆ। ਕੇਂਦਰੀ ਮੰਤਰੀ, ਸਟੇਟ ਮੰਤਰੀ ਜਿਹੜੇ ਹੁੰਦੇ ਆ, ਰਾਜ ਵਿਧਾਨ ਸਭਾ ਦੇ ਚੋਣਾਂ ਦੇ ਮੈਂਬਰ, ਰਾਜ ਵਿਧਾਨ ਸਭਾ ਦੇ ਮੈਂਬਰ, ਹਾਈ ਕੋਰਟ ਦੇ ਜੱਜ, ਇਹ ਕਿਸ ਤਰ੍ਹਾਂ ਹੁੰਦੇ ਆ, ਸਹੁੰ ਵਗੈਰਾ ਸਾਰਾ ਇਹਦੇ ਵਿੱਚ ਦਿੱਤਾ ਹੋਇਆ ਵਾ ਜੀ। ਚੌਥੇ ਸ਼ਡਿਊਲ, ਹਾਂਜੀ ਚੌਥੇ ਸ਼ਡਿਊਲ 'ਚ 4 ਤੇ 80 ਨੰਬਰ, ਜਿਹਦੇ ਵਿੱਚ ਕਿ ਜ਼ਿਆਦਾਤਰ ਹੁੰਦਾ ਵਾ ਕਿ ਜਿਵੇਂ ਰਾਜ ਸਭਾ ਦੇ ਜਿਹੜੇ ਮਤਲਬ ਰਾਜ ਸਭਾ ਦੇ ਵਿੱਚ ਰਾਜਾਂ ਦੇ ਵਿੱਚ ਜਿਹੜੀਆਂ ਸੀਟਾਂ ਐਲੋਕੇਟ ਹੁੰਦੀਆਂ ਨੇ, ਠੀਕ ਹੈ, ਜਾਂ ਯੂਨੀਅਨ ਟੈਰੀਟਰੀ ਦੀਆਂ, ਇਹ ਸਾਰੀਆਂ ਵੰਡ ਦੀ ਵਿਵਸਥਾ ਚੌਥੇ ਸ਼ਡਿਊਲ 'ਚ ਸ਼ਾਮਲ ਆ। ਪੰਜਵੇਂ ਸ਼ਡਿਊਲ 'ਚ ਕੀ ਮੈਂਸ਼ਨ ਆ ਜੀ, ਪੰਜਵੀਂ ਸੂਚੀ 'ਚ ਦੇ ਵਿੱਚ ਆਰਟੀਕਲ 244 ਦੇ ਵਿੱਚ ਜਿੱਥੇ ਦਿੱਤਾ ਹੋਇਆ, ਇਟ ਕੰਟੇਨ ਪ੍ਰੋਵਿੰਸਸ in relation of the administration and control of schedule area and scheduled tribes, ਬਹੁਤ ਇੰਪੋਰਟੈਂਟ ਬਣਦਾ, ਬਹੁਤ ਵਾਰ ਪੇਪਰ 'ਚ ਇਹ ਚੀਜ਼ ਪੁੱਛ ਚੁੱਕੇ ਨੇ, ਠੀਕ ਆ। ਛੇਵੇਂ ਸ਼ਡਿਊਲ ਦੇ ਵਿੱਚ ਸਾਡਾ ਜਿੱਦਾਂ ਕਿ ਮੰਨ ਲਓ ਟਰਾਈਬ ਏਰੀਆ ਨੇ ਜਿਹੜੇ ਕਿ ਸਟੇਟਾਂ ਦੇ, ਜਿਵੇਂ ਅਸਾਮ, ਮੇਘਾਲਿਆ, ਤ੍ਰਿਪੁਰਾ, 6ਵੀਂ ਅਨੁਸੂਚੀ 'ਚ ਇਹ ਸਾਰਾ ਕੁਝ ਸ਼ਾਮਲ ਆ 244 ਨੰਬਰ ਤੇ 275 ਨੰਬਰ ਆਰਟੀਕਲ 'ਚ। ਹੁਣ 7ਵੀਂ ਅਨੁਸੂਚੀ ਦੀ ਜੇਕਰ ਆਪਾਂ ਗੱਲ ਕਰੀਏ, ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਕਿ ਜਿਹੜੀਆਂ 3 ਸਟੇਟ ਲੈਜਿਸਲੇਟਿਵ ਲਿਸਟ ਆ ਜਿਹੜੀਆਂ ਸਾਡੀਆਂ, ਹਨਾ, ਸੈਂਟਰ ਸਟੇਟ ਦੀ ਵੰਡ ਹੁੰਦੀ ਆ, ਉਹ 7ਵੀਂ ਸੂਚੀ 'ਚ ਆ, ਜਿਹਦੇ 'ਚ ਸੈਂਟਰ ਹੋ ਗਿਆ, ਯੂਨੀਅਨ ਹੋ ਗਿਆ, ਸਟੇਟ ਹੋ ਗਿਆ, ਕਾਨਕਰੈਂਟ। ਬਹੁਤ ਚੰਗੀ ਤਰ੍ਹਾਂ ਆਪਣੀ ਪਿਛਲੀ 25 ਨੰਬਰ ਕਲਾਸ ਦੇਖੋ, ਉਹਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਹੋਇਆ ਵਾ, ਚੰਗੀ ਤਰ੍ਹਾਂ ਤੁਸੀਂ ਕਰ ਸਕਦੇ ਹੋ, ਠੀਕ ਆ। ਇੱਥੇ ਸਿਰਫ ਤੁਸੀਂ ਇਹ ਚੀਜ਼ ਯਾਦ ਰੱਖਣੀ ਆ ਕਿ ਕਿਹੜੇ ਸ਼ਡਿਊਲ ਦੇ ਵਿੱਚ ਕਿਹੜੀ ਵਿਵਸਥਾ ਕੀਤੀ ਗਈ ਆ। ਹੁਣ ਜਿਵੇਂ ਪੇਪਰ ਦੇ ਵਿੱਚ ਸਿੱਧਾ ਕੁਐਸਚਨ 2 ਵਾਰ ਪੁੱਛ ਚੁੱਕੇ ਆ ਜੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਕਿ 3 ਲੈਜਿਸਲੇਟਿਵ ਲਿਸਟ ਕਿਹੜੇ ਸੂਚੀ 'ਚ ਮੌਜੂਦ ਆ, ਸੈਂਟਰ ਸਟੇਟ ਰਿਲੇਸ਼ਨ ਕਿਹਦੇ ਵਿੱਚ ਆ, 7ਵੀਂ ਸ਼ਡਿਊਲ ਦੇ ਵਿੱਚ ਮੌਜੂਦ ਆ। ਬਹੁਤ ਇੰਪੋਰਟੈਂਟ ਹੁੰਦਾ। ਹੁਣ ਪੇਪਰ ਦੇ ਵਿੱਚ ਕਈ ਵਾਰ ਆਉਂਦਾ ਨਾ, ਜਿਹੜੀਆਂ ਆਪਣੀਆਂ 22 ਅਫੀਸ਼ੀਅਲ ਲੈਂਗੁਏਜ ਆ, ਉਹ ਕਿਹੜੇ ਸ਼ਡਿਊਲ 'ਚ ਮੈਂਸ਼ਨ ਆ, 8ਵੇਂ ਸ਼ਡਿਊਲ 'ਚ ਮੈਂਸ਼ਨ ਆ। ਮੋਸਟ ਇੰਪੋਰਟੈਂਟ, ਜਿੰਨਾ ਇੰਪੋਰਟੈਂਟ 7ਵਾਂ ਸ਼ਡਿਊਲ ਆ, ਉਨਾ ਹੀ 8ਵਾਂ ਸ਼ਡਿਊਲ। ਸਾਰੇ ਯਾਦ ਕਰ ਲਿਓ, ਠੀਕ ਆ ਜੀ। ਸ਼ਡਿਊਲ ਦੇ ਵਿੱਚ ਬਿਲਕੁਲ ਵੀ ਘੋਲ ਨਾ ਕਰਿਓ ਕਿ 12 ਸ਼ਡਿਊਲ ਕੋਈ ਖਾਸ ਵਾਲੇ ਹੈ ਨਹੀਂਗੇ, ਤੁਹਾਨੂੰ ਆਰਾਮ ਦੇ ਨਾਲ ਤੁਸੀਂ ਯਾਦ ਕਰ ਸਕਦੇ ਹੋ ਇਹਨਾਂ ਨੂੰ,
ठीक है जी। सो आ सारियां लैंगुएज आ ਜਿਹੜੀਆਂ 22 ਦੀਆਂ 22 लैंगुएज ਤੁਸੀਂ देख ਲੈਣੀਆਂ कि ਕਿਹੜੀਆਂ ऑफिशियल लैंगुएज आ। कई बार ना पेपर ਦੇ ਵਿੱਚ क्वेश्चन पूछा ਜਾਂਦਾ कि ਕੀ ਇਹ ਆਪਣੀ 22 ऑफिशियल लैंगुएज ਦੇ ਵਿੱਚ लैंगुएज ਹੈਗੀ ਆ कि नहीं, ਜਿੱਦਾਂ कि ਪੰਜਾਬੀ ਪੁੱਛ ਲੈਣਗੇ ਹੈਗੀ ਆ कि नहीं हैगी, बिल्कुल हैगी आ जी। ठीक है, सो ये सारियां लैंगुएज ਤੇ ਇੱਕ ਵਾਰੀ ਨਿਗਾਹ ਮਾਰ ਲੈਣਾ। नैक्सट आ गया जी साडे कोले क्वेश्चन नंबर आर्टिकल 344 ਤੇ 351। ਤਾਂ ਨੈਕਸਟ आ गया जी 9th ਸ਼ਡਿਊਲ। ਇਹ ਕੀ ਕਰਦਾ ਜੀ, ਸਟੇਟ ਐਕਟ ਐਂਡ ਰੈਗੂਲੇਸ਼ਨ ਦਾ ਡੀਲ ਆਫ ਲੈਂਡ ਰਿਫਾਰਮ ਐਂਡ ਅਬੋਲਿਸ਼ਨ ਆਫ ਦਾ ਜ਼ਮੀਂਦਾਰੀ ਸਿਸਟਮ ਐਂਡ ਡੀਲ ਵਿਦ ਦਾ ਐਕਟ ਐਂਡ ਰੈਗੂਲੇਸ਼ਨ ਆਫ ਦਾ ਪਾਰਲੀਮੈਂਟ ਡੀਲਿੰਗ ਆਫ देयर ਮੈਟਰ। ਇਹ ਸਾਰਾ ਕੁਝ ਤੁਹਾਡਾ 9ਵੇਂ ਸ਼ਡਿਊਲ ਦੇ ਵਿੱਚ ਦਰਜ ਆ। ਹੁਣ ਜੀ ਇੱਕ ਤੁਹਾਡਾ ਕਈ ਵਾਰ ਨਾ ਪੇਪਰ ਦੇ ਵਿੱਚ ਹੁੰਦਾ ਵਾ ਕਿ ਪਹਿਲਾਂ ਹੀ ਜਿਹੜੀ ਅਮੈਂਡਮੈਂਟ ਉਹ ਕਦੋਂ ਹੋਈ ਸੀ, 1951 ਐਕਟ ਦੇ ਤਹਿਤ ਹੋਈ ਸੀ। 9ਵਾਂ ਸ਼ਡਿਊਲ ਐਡ ਕੀਤਾ ਸੀ ਜਿਹਦੇ ਵਿੱਚ ਪ੍ਰੋਟੈਕਟ ਕੀਤਾ ਸੀ ਦਾ ਲਾ ਇਨਕਲੂਡ ਇਟ ਫਰੋਮ ਦਾ जुडिशियल सिक्योरिटी ऑन द ग्राउंड ऑफ वायलेशन ऑफ द फंडामेंटल राइट्स। ये पहली अमेंडमेंट हुई थी। ठीक है, फिर 2007 की अमेंडमेंट इन्होंने दिता होया, फिर इन्होंने 24 अप्रैल 1973 जो जुडिशियल रिव्यू का राह खुलिया सी। ठीक है, जुडिशियल रिव्यू वो सारा अपना 24 अप्रैल 1973 जी अपनी अमेंडमेंट हुई सी, वो सारा कुछ ये मैंशन आ। ਹੁਣ ਨੈਕਸਟ ਆ ਗਿਆ ਜੀ ਸਾਡੇ ਕੋਲੇ 10ਵਾਂ ਸ਼ਡਿਊਲ। 10ਵੇਂ ਦੇ ਵਿੱਚ ਡਿਸਕੁਆਲੀਫਿਕੇਸ਼ਨ ਆਫ ਮੈਂਬਰ ਆਫ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਔਨ ਦਾ ਗਰਾਊਂਡ ਆਫ ਡਿਫੈਕਸ਼ਨ। ਆਰਟੀਕਲ 102 ਤੇ 191 ਦੇ ਵਿੱਚ ਕਵਰ ਆ। ਠੀਕ ਹੈ, ਬਹੁਤ ਚੰਗੀ ਤਰ੍ਹਾਂ ਮੇਰਾ ਤੁਹਾਨੂੰ ਆਰਟੀਕਲ 102 ਵੀ ਕਰਵਾਇਆ ਹੋਇਆ, ਸੋ ਇਹਨੂੰ ਚੰਗੀ ਤਰ੍ਹਾਂ ਕਰ ਲਿਓ, ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਆ। ਇੱਕ ਨਾ ਪੇਪਰ ਦੇ ਵਿੱਚ ਕਈ ਵਾਰ ਇਹ ਪੁੱਛਿਆ ਜਾਂਦਾ ਕਿ ਜਿਹੜਾ ਐਂਟੀ ਡਿਫੈਕਸ਼ਨ ਲਾਅ ਵਾ, ਜਿਹੜਾ ਕਿ 52ਵੀਂ ਅਮੈਂਡਮੈਂਟ ਐਕਟ 1995 ਦੇ 85 ਦੇ ਵਿੱਚ ਹੋਇਆ ਸੀ, ਉਹ ਵੀ ਇਹਦੇ ਵਿੱਚ ਐਡ ਕੀਤਾ ਸੀ ਤੇ ਇਹਦੇ ਸ਼ਡਿਊਲ ਸਿੱਧਾ ਪੁੱਛ ਲੈਂਦੇ ਹੁੰਦੇ ਆ ਜੀ। 10ਵਾਂ ਸ਼ਡਿਊਲ ਆ, ਯਾਦ ਨਾ ਕਰ ਲਿਓ, ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਐਂਟੀ ਡਿਫੈਕਸ਼ਨ ਲਾਅ ਦੇ ਉੱਤੇ। ਸਿੱਧਾ ਡਾਇਰੈਕਟ ਇਹੀ ਕੁਐਸਚਨ ਪੁੱਛਿਆ ਜਾਂਦਾ ਵਾ ਇਹਦੇ ਵਿੱਚ, ਜਾਂ ਤੁਹਾਨੂੰ ਅਮੈਂਡਮੈਂਟ ਪੁੱਛਣਗੇ ਐਂਟੀ ਡਿਫੈਕਸ਼ਨ ਲਾਅ ਦੇ ਨਾਲ ਰਿਲੇਟਡ, ਜਾਂ ਤੁਹਾਨੂੰ ਉਹ ਸ਼ਡਿਊਲ ਪੁੱਛਦੇ ਨੇ। ਹੁਣ ਜੀ 11ਵਾਂ ਸ਼ਡਿਊਲ ਜਿਹੜਾ ਸਾਡਾ ਹੁੰਦਾ, ਠੀਕ ਆ, ਇਹ 'ਚ 243 ਜੀ, ਜਿਹਦੇ ਵਿੱਚ ਕਿ ਜਾਣੀ ਕਿ ਰਿਸਪੌਂਸਿਬਿਲਿਟੀ ਆਫ ਪੰਚਾਇਤ, ਜਿਹ 'ਚ 29 ਮੈਟਰ ਆਪਾਂ ਪੜ੍ਹਿਆ ਹੋਇਆ ਬਹੁਤ ਚੰਗੀ ਤਰ੍ਹਾਂ 11ਵੇਂ ਸ਼ਡਿਊਲ ਦੇ ਵਿੱਚ, ਜੋ 73ਵੀਂ ਅਮੈਂਡਮੈਂਟ ਐਕਟ ਹੋ ਕੇ ਪੰਚਾਇਤੀ ਰਾਜ ਇਹਦੇ ਵਿੱਚ ਜੋੜਤਾ ਸੀ। ਬਹੁਤ ਇੰਪੋਰਟੈਂਟ ਬਣਦਾ, ਆਪਣੀ ਪਿਛਲੀ ਹੀ ਕਲਾਸ 'ਚ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ। 12ਵਾਂ ਤੇ ਆਖਰੀ ਸ਼ਡਿਊਲ ਜਿਹੜਾ ਮਿਊਨਿਸਪੈਲਿਟੀ ਨਾਲ ਰਿਲੇਟਡ ਆ, ਜਿਹੜਾ ਕਿ 18 ਮੈਟਰਸ ਕਰਤਾ ਵਾ। ਬਹੁਤ ਚੰਗੀ ਤਰ੍ਹਾਂ ਮੇਰਾ ਕਰਾ। ਇਹ 12 ਸ਼ਡਿਊਲ ਸੀਗੇ ਜੀ, 74ਵੀਂ ਅਮੈਂਡਮੈਂਟ ਸੀਗੀ ਜਿਹਦੇ ਤਹਿਤ ਇਹ ਸ਼ਡਿਊਲ ਐਡ ਕੀਤਾ ਸੀ। ਤਾਂ ਇਹ ਵਾਲੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਜੀ। ਪੇਪਰ ਦੇ ਵਿੱਚ 12 ਦੇ 12 ਸ਼ਡਿਊਲ ਪੂਰੀ ਚੰਗੀ ਤਰ੍ਹਾਂ ਨਾਲ ਤੁਹਾਨੂੰ ਯਾਦ ਹੋਣੇ ਚਾਹੀਦੇ। ਪੇਪਰ 'ਚ ਡਾਇਰੈਕਟ ਕੁਐਸਚਨ ਇਹਨਾਂ ਦੇ ਵਿੱਚੋਂ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਨੈਕਸਟ ਕਰਦੇ ਹਾਂ ਜੀ ਆਪਾਂ। ਇਹਨਾਂ ਨੂੰ ਚਾਹੇ ਨਾ ਤੁਸੀਂ ਆਪਦੇ ਥੋੜੇ ਜਿਹੇ ਟ੍ਰਿਕਸ ਬਣਾ ਕੇ ਯਾਦ ਕਰ ਲਿਓ, ਮਤਲਬ ਆਪਦੇ ਤਰੀਕੇ ਨਾਲ, ਕਿਉਂਕਿ ਨਾ ਟ੍ਰਿਕਸ ਬਹੁਤ ਨੇ। ਵੈਸੇ ਤੁਸੀਂ YouTube ਤੇ ਸਰਚ ਮਾਰੋਗੇ ਤੁਹਾਨੂੰ ਬਹੁਤ ਟ੍ਰਿਕਸ ਮਿਲ ਵੀ ਜਾਣਗੀਆਂ ਸ਼ਡਿਊਲ ਯਾਦ ਕਰਨ ਦੀਆਂ, ਸੋ ਤੁਸੀਂ ਉਸ ਤਰ੍ਹਾਂ ਵੀ ਦੇਖ ਸਕਦੇ ਹੋ। ਬਾਕੀ ਮੇਰੀ ਰਾਏ ਤੁਹਾਨੂੰ ਇਹ ਆ ਕਿ ਆਪਦੇ ਵੱਲੋਂ ਤੁਸੀਂ ਟ੍ਰਿਕ ਬਣਾਓ, ਚਾਹੇ ਜਿਸ ਤਰ੍ਹਾਂ ਮਰਜ਼ੀ, ਕਿਉਂਕਿ ਜਿਹੜੀ ਤੁਸੀਂ ਆਪਦੀ ਟ੍ਰਿਕ ਬਣਾਈ ਹੋਗੀ ਉਹ ਤੁਹਾਨੂੰ ਕਦੇ ਵੀ ਨਹੀਂ ਭੁੱਲੂਗੀ। ਠੀਕ ਆ, ਸੋ ਇਹ ਯਾਦ ਕਰ ਲਿਓ ਤੁਸੀਂ। ਹੁਣ ਜੀ 12 ਸ਼ਡਿਊਲ ਤਾਂ ਆਪਣੇ ਹੋ ਗਏ। ਹੁਣ ਆਪਾਂ ਕਰਨ ਜਾ ਰਹੇ ਹਾਂ ਜੀ ਜਿਹੜੇ ਆਪਣੇ ਇੰਪੋਰਟੈਂਟ ਪਾਰਟ ਕਿਹੜੇ ਮੈਂਸ਼ਨ ਨੇ। ਹੁਣ ਜੀ ਪਹਿਲੀ ਗੱਲ ਤਾਂ ਨਾ ਤੁਹਾਨੂੰ ਸਭ ਤੋਂ ਇੰਪੋਰਟੈਂਟ ਜਿਹੜੇ ਆ ਹੁੰਦੇ ਨੇ, ਦੇਖੋ ਜੀ ਆਪਣੇ ਪਾਰਟਸ ਦੇ ਵਿੱਚ ਤੁਹਾਨੂੰ ਇਹ 4A ਪਾਰਟ ਤੱਕ ਪੂਰਾ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਕਿ ਸਾਡੇ ਪਹਿਲੇ ਪਾਰਟ ਦੇ ਵਿੱਚ 1 ਤੋਂ 4 ਨੰਬਰ ਆਰਟੀਕਲ ਆ, ਯੂਨੀਅਨ ਐਂਡ ਇਟਸ ਟੈਰੀਟਰੀ ਆ, ਸਿਟੀਜ਼ਨਸ਼ਿਪ 5 ਤੋਂ 11 ਨੰਬਰ ਆਰਟੀਕਲ 'ਚ ਆ, ਫੰਡਾਮੈਂਟਲ ਰਾਈਟਸ 12 ਤੋਂ 35 ਨੰਬਰ ਤੱਕ ਆ, DPSP 36 ਤੋਂ 51 ਦਾ। ਮੈਂ ਕਿੰਨੀ ਵਾਰ ਤੁਹਾਨੂੰ ਕੋਈ ਵੀ ਕੁਐਸਚਨ ਕਰਾਉਣਾ ਇਹ ਤੁਹਾਨੂੰ ਯਾਦ ਕਰਾਏ ਹੋਇਆ। ਡਾਇਰੈਕਟ ਕੁਐਸਚਨ ਪਹਿਲੇ 4 ਪਾਰਟ ਦੇ ਵਿੱਚੋਂ ਪੁੱਛੇ ਜਾਂਦੇ ਆ। 5ਵਾਂ ਪਾਰਟ ਸਾਡਾ ਆ ਗਿਆ ਯੂਨੀਅਨ ਗਵਰਨਮੈਂਟ ਦੇ ਐਗਜ਼ੀਕਿਊਟਿਵ ਹੋ ਗਿਆ, ਪਾਰਲੀਮੈਂਟ ਹੋ ਗਿਆ, ਲੈਜਿਸਲੇਟਿਵ ਪਾਵਰ ਹੋ ਗਿਆ, ਸਾਰਾ ਆਪਾਂ ਤੁਹਾਨੂੰ ਦਿੱਤਾ ਵਾ। 6ਵਾਂ ਪਾਰਟ, ਠੀਕ ਆ ਜੀ। ਕਈ ਵਾਰ ਬੱਚਿਆਂ ਨੂੰ ਆਹ ਜਿਹੜੇ ਰੋਮਨ ਵਰਡਸ ਆ ਇਹਦੇ 'ਚ ਦਿੱਕਤ ਹੁੰਦੀ ਆ, ਤਾਂ ਕਰਕੇ ਮੈਂ ਤੁਹਾਨੂੰ ਇਹ ਵੀ ਇਹਦੇ ਵਿੱਚ ਐਡ ਕਰਤਾ ਹੋਇਆ। ਠੀਕ ਆ, ਆਪਣੇ ਜਿਹੜੇ ਸੀਗਾ ਜੀ 6 ਨੰਬਰ 7 ਨੰਬਰ 8 ਨੰਬਰ ਤੁਸੀਂ ਯਾਦ ਕਰ ਸਕਦੇ ਹੋ। ਆਹ 7 ਨੰਬਰ ਪਾਰਟ ਜਿਹੜਾ ਸੀ ਨਾ ਉਹ ਡਿਲੀਟ ਹੋ ਗਿਆ ਹੋਇਆ। ਠੀਕ ਆ, ਡਿਲੀਟ ਕਰਤਾ ਸੀਗਾ ਇਹਨਾਂ ਨੇ, ਅੱਗੇ ਮੈਂ ਤੁਹਾਨੂੰ ਪੜਾਉਣਾ ਐਡ ਕੀਤਾ ਹੋਇਆ। ਹੁਣ ਸਟੇਟ ਗਵਰਨਮੈਂਟ ਲਈ ਕਈ ਵਾਰ ਪੁੱਛ ਲੈਂਦੇ ਆ, ਹਾਂਜੀ ਸਟੇਟ ਗਵਰਨਮੈਂਟ ਲਈ ਕਿੰਨੇ ਨੰਬਰ ਪਾਰਟ ਦੇ ਵਿੱਚ ਦਰਜ ਆ। ਇਹ ਸਾਰੀਆਂ ਸੁਵਿਧਾਵਾਂ 6 ਨੰਬਰ ਪਾਰਟ 'ਚ ਆ, ਚਾਹੇ ਉਹ ਜਰਨਲ ਆ, ਚਾਹੇ ਐਗਜ਼ੀਕਿਊਟਿਵ ਆ, ਚਾਹੇ ਲੈਜਿਸਲੇਟਿਵ ਆ, ਸਾਰਾ ਕੁਝ ਹਾਈ ਕੋਰਟ ਹੋ ਗਿਆ, ਸਬੋਰਡੀਨੇਟ ਕੋਰਟਸ ਹੋ ਗਿਆ, 6 ਨੰਬਰ ਪਾਰਟ ਦੇ ਵਿੱਚ ਦਰਜ ਆ। ਤਾਂ ਜੀ ਯੂਨੀਅਨ ਟੈਰੀਟਰੀ ਜਿਹੜੀਆਂ ਹੋ ਗਈਆਂ ਜਾਂ ਪੰਚਾਇਤੀ ਹੋ ਗਿਆ, ਠੀਕ ਹੈ ਜੀ। ਆ 9 ਨੰਬਰ ਪਾਰਟ 'ਚ ਕਈ ਵਾਰ ਪੇਪਰ 'ਚ ਆ ਜਾਂਦਾ, 9 ਦੇ ਵਿੱਚ ਪੰਚਾਇਤੀ ਰਾਜ ਆ, 9 ਪਾਰਟ 'ਚ 9A ਪਾਰਟ 'ਚ ਮਿਊਨਿਸਪੈਲਿਟੀ ਆ। ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ ਪੇਪਰ 'ਚ, ਸਿੱਧਾ ਡਾਇਰੈਕਟ ਪਾਰਟ ਦੇ ਵਿੱਚੋਂ ਇਹ ਵਾਲੇ ਕੁਐਸਚਨ ਤੁਹਾਡੇ ਬਣਦੇ ਆ। ਆ 2 ਜ਼ਰੂਰ ਕਰ ਦਿਓ, ਪਹਿਲੇ 4 ਤੁਹਾਨੂੰ ਯਾਦ ਹੋਣ, ਕਿਉਂਕਿ ਇਹ ਵੀ ਯਾਦ ਕਰਨੇ ਜ਼ਿਆਦਾ ਔਖੇ ਨਹੀਂ। ਜੇਕਰ ਪਾਰਟਸ ਦੇ ਵੀ ਤੁਸੀਂ ਟ੍ਰਿਕਸ ਬਣਾ ਕੇ ਯਾਦ ਕਰਵਾਉਂਦਾ ਹੋ ਜਾਣਗੇ। ਹੌਲੀ ਯਾਦ ਕਰਿਓ, ਇੱਕਦਮ ਤੁਹਾਨੂੰ ਕੁਝ ਵੀ ਯਾਦ ਨਹੀਂ ਹੋਣਾ। ਜੇਕਰ ਤੁਸੀਂ ਕਹਿੰਦੇ ਹੋ ਕਿ 2 ਦਿਨ ਦੇ ਵਿੱਚ ਯਾਦ ਹੋ ਜਾਏਗਾ, ਤਾਂ ਟ੍ਰਿਕਸ ਬਣਾ ਕੇ ਹੌਲੀ ਯਾਦ ਕਰਿਓ। ਜਿਵੇਂ ਪਹਿਲਾਂ ਇੱਕ ਦਿਨ ਤੁਸੀਂ ਸ਼ਡਿਊਲ ਯਾਦ ਕਰ ਲਓ, ਦੂਜੇ ਦਿਨ ਤੁਸੀਂ ਪਾਰਟਸ ਯਾਦ ਕਰ ਲਿਓ, ਹੌਲੀ ਕਰਕੇ, ਜਿਵੇਂ ਥੋੜੇ 4-4 5-5 ਕਰਕੇ ਕਰ ਲਿਓ, ਕੋਈ ਦਿੱਕਤ ਵਾਲੀ ਗੱਲ ਨਹੀਂ, ਆਰਾਮ ਨਾਲ ਯਾਦ ਹੋ ਜਾਣਗੇ। 10 ਕੁ ਦਿਨ ਤੁਸੀਂ ਲਗਾਤਾਰ ਰਿਵੀਜ਼ਨ ਕੀਤੀ ਤਾਂ ਤੁਹਾਨੂੰ ਕਾਫੀ ਹੱਦ ਤੱਕ ਯਾਦ ਹੋ ਜਾਣਗੇ ਚੀਜ਼ਾਂ। ਬਾਕੀ ਇਹਦੇ ਨਾਲ ਰਿਲੇਟਡ ਆਪਾਂ MCQ ਪਾਵਾਂਗੇ। ਠੀਕ ਆ, ਇਹਦੇ ਜਿੱਦਾਂ ਕਿ ਆਪਾਂ ਕਰਦੇ ਹਾਂ MCQ ਦੀ ਤਿਆਰੀ, ਤਾਂ MCQ ਪਾ ਦੂੰਗਾ ਮੈਂ ਤੁਹਾਨੂੰ। ਅੱਧੀਆਂ ਚੀਜ਼ਾਂ ਜਿਹੜੀਆਂ ਖਾਸ ਇੰਪੋਰਟੈਂਟ ਹੁੰਦੀਆਂ ਉਹ ਮੈਂ ਤੁਹਾਨੂੰ MCQ ਦੇ ਵਿੱਚ ਹੀ ਯਾਦ ਕਰਾ ਦਾਂਗੇ। ਕੋਆਪਰੇਟਿਵ ਸੁਸਾਇਟੀ ਲਈ 9B ਆਰਟੀਕਲ ਆ, ਠੀਕ ਆ। 10 ਨੰਬਰ ਆਰਟੀਕਲ ਹੈਗਾ SC ਸ਼ਡਿਊਲ ਐਂਡ ਟ੍ਰਾਈਬ ਏਰੀਆਸ ਲਈ, ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਠੀਕ ਆ, ਏਰੀਆ ਅਲੱਗ ਹੁੰਦਾ ਵਾ ਤੇ ਬਾਕੀ ਕਮਿਸ਼ਨ ਵਾਲਾ ਆਰਟੀਕਲ ਅੱਡ ਆ। ਠੀਕ ਹੈ, 10 ਨੰਬਰ ਪਾਰਟ। ਹੁਣ 11 ਨੰਬਰ ਦੇ ਵਿੱਚ ਰਿਲੇਸ਼ਨ ਜਿਹੜੇ ਹੁੰਦੇ ਨੇ, ਠੀਕ ਆ ਜੀ, ਯੂਨੀਅਨ ਐਂਡ ਸਟੇਟ ਦੇ। ਤਾਂ 12 ਨੰਬਰ ਦੇ ਵਿੱਚ ਆ ਸਾਡਾ ਫਾਈਨੈਂਸ, ਬੋਰਿੰਗ, ਪ੍ਰੋਪਰਟੀ, ਸਾਰਾ ਰਾਈਟ ਟੂ ਪ੍ਰੋਪਰਟੀ ਆ ਯਾਦ ਕਰ ਲਿਓ। ਠੀਕ ਆ, 300A ਨੰਬਰ ਆਰਟੀਕਲ 'ਚ ਸੀਗਾ। ਇਹ ਪਹਿਲਾਂ ਕੀ ਸੀਗਾ, ਰਾਈਟ ਟੂ ਪ੍ਰੋਪਰਟੀ ਕੀ ਸੀਗਾ, ਸਭ ਤੋਂ ਪਹਿਲਾਂ ਇਹ ਸੀਗਾ ਫੰਡਾਮੈਂਟਲ ਰਾਈਟਸ। ਬਾਅਦ ਵਿੱਚ ਇਹਨੂੰ ਰਿਮੂਵ ਕਰਕੇ ਇਹਦੇ 'ਚੋਂ ਕੱਢ ਕੇ ਇਹਨੂੰ ਇੱਕ ਲੀਗਲ ਰਾਈਟ ਬਣਾਤਾ ਸੀਗਾ। ਨੈਕਸਟ ਚੱਲਦੇ ਹਾਂ ਜੀ ਆਪਾਂ।
ਹੁਣ 13 ਨੰबर ਆर्टिकल साडा, ठीक है, 13 नंबर पार्ट हो गया, सॉरी साडा 14 नंबर पार्ट साडा हैगा सर्विस अंडर यूनियन एंड स्टेट्स। ये सर ये ज़्यादा इंपॉर्टेंट नहीं बनता, 13 14 ਤੁਹਾਨੂੰ ਘੱਟ ਪੁੱਛੇ ਜਾਣਗੇ, 12 ਵੀ ਨਹੀਂ ਪੁੱਛਿਆ ਜਾਊਗਾ, 11 ਪੁੱਛ ਸਕਦੇ, 11 ਤੱਕ ਤੁਹਾਨੂੰ ਬਹੁਤ ਇੰਪੋਰਟੈਂਟ ਨੇ, 11 ਪਾर्ट ਤੁਹਾਨੂੰ ਯਾਦ ਹੋਣੇ ਚਾਹੀਦੇ ਆ, ठीक है। ਹੁਣ 14 ਵੀ ਤੁਹਾਨੂੰ ਘੱਟ, 15 ਨੰਬਰ ਪਾर्ट ਯਾਦ ਕਰ ਲਿਓ, ਮੈਂ ਤੁਹਾਨੂੰ ਕਰਵਾਇਆ ਹੋਇਆ, ਇਲੈਕਸ਼ਨ ਬਹੁਤ ਚੰਗੀ ਤਰ੍ਹਾਂ ਕਰਾਏ ਹੋਏ ਨੇ, 324 ਤੋਂ 329 ਨੰਬਰ ਤੱਕ ਆ, ਠੀਕ ਹੈ ਜੀ। ਹੁਣ ਪੇਪਰ ਦੇ ਵਿੱਚ ਹੋਰ ਕਿਹੜਾ ਅਫੀਸ਼ੀਅਲ ਲੈਂਗੁਏਜ 17 ਨੰਬਰ ਪਾर्ट 'ਚ। ਹੁਣ ਸਭ ਤੋਂ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਜੀ, ਸਭ ਤੋਂ ਇੰਪੋਰਟੈਂਟ ਆਹ ਪੇਪਰ ਦੇ ਵਿੱਚ ਸਿੱਧਾ ਡਾਇਰੈਕਟ ਪੁੱਛਿਆ ਜਾਂਦਾ ਜੀ 18 ਜਿਹੜਾ ਐਮਰਜੈਂਸੀ ਪ੍ਰੋਵਿੰਸ ਆ ਜਿਹੜੀਆਂ ਸਾਡੀਆਂ 351 ਤੋਂ ਲੈ ਕੇ 360 ਨੰਬਰ ਤੱਕ ਆ, ਜਿਸ 'ਚ 352 ਨੰਬਰ ਆर्टिकल ਹੈਗਾ ਜੀ ਸਾਡਾ ਆਪਣਾ ਨੈਸ਼ਨਲ ਐਮਰਜੈਂਸੀ ਲਈ, 356 ਨੰਬਰ ਆर्टिकल ਹੈਗਾ ਸਾਡਾ ਸਟੇਟ ਐਮਰਜੈਂਸੀ ਜਿਹਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ, 360 ਨੰਬਰ ਆर्टिकल ਸਾਡਾ ਹੈਗਾ ਜੀ ਫਾਈਨੈਂਸ਼ੀਅਲ ਐਮਰਜੈਂਸੀ ਲਈ। ਇਹ 18 ਨੰਬਰ ਪਾर्ट ਦੇ ਵਿੱਚ ਦਰਜ ਆ, ਪੇਪਰ 'ਚ ਬਹੁਤ ਵਾਰ ਪੁੱਛਿਆ ਗਿਆ ਵਾ ਜੀ ਇਹ, ਇਸ ਲਈ ਮੈਂ ਤੁਹਾਨੂੰ ਐਡ ਕੀਤਾ। ਮਿਸਕਲੇਨੀਅਸ ਹੋ ਗਿਆ ਇਹ 'ਚ 361 ਤੋਂ ਲੈ ਕੇ 67 ਦਾ। ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ 20 ਨੰਬਰ ਪਾर्ट 'ਚ 368 ਨੰਬਰ ਆर्टिकल, ਅਗਲੀ ਕਲਾਸ ਆਪਣੀ ਇਹ, ठीक है। 21 हो गया, ये भी ना छड़ दो, कोई दिक्कत नहीं, 22 भी छड़ दो, पर उपर वाले जरूर कर दो जो मैं तुम्हें इंपॉर्टेंट कहे ने, ठीक है। पहले 11 याद होने चाहिए ने, तुम्हें 17 याद होना चाहिए, 15 याद होना चाहिए, तो 18 याद होना चाहिए, ये ज़्यादा इंपॉर्टेंट ने, बहुत बहुत बार पूछा जाता है। हाँ जी पार्ट 7 जो मैं तुम्हें कहा कि 7वीं अमेंडमेंट हुई सी 1956 ਦੇ ਵਿੱਚ, ਇਹ ਡੀਲ ਕਰਤਾ, ਡੀਲ ਵੀ ਕੀਤਾ ਸੀ ਜਿਹੜਾ ਸਟੇਟ ਤੇ, ਇਹ ਡਿਲੀਟ ਕਰਤਾ ਸੀ, ਠੀਕ ਹੈ, ਇਸ ਲਈ ਆਪਣਾ ਨਹੀਂ ਕਰਾਇਆ। ਹੁਣ ਇਹਦੇ ਵਿੱਚ ਕੀ ਹੋਇਆ, ਔਨ ਦੀ ਅਦਰ ਹੈਂਡ ਜਦੋਂ ਬੋਥ ਪਾर्ट 4A ਤੇ ਜਿਹੜਾ ਕਿ ਫੰਡਾਮੈਂਟਲ ਡਿਊਟੀਜ਼ ਲਈ ਆ ਇਹ ਐਡ ਹੋਇਆ ਸੀਗਾ, ਉਸ ਤੋਂ ਬਾਅਦ ਦੀ ਗੱਲ ਆ ਇਹ, ਠੀਕ ਆ। ਕਿਹੜੀ 42ਵੀਂ ਅਮੈਂਡਮੈਂਟ ਐਕਟ ਜਿਹੜੀ 1976 'ਚ ਹੋਈ ਸੀ, ਇਹਦੇ ਵਿੱਚ ਬਾਅਦ 'ਚ ਇਹਨਾਂ ਟ੍ਰਿਬਿਊਨਲ ਤੇ ਆਪਣਾ 14A ਦੇ ਵਿੱਚ ਐਡ ਕੀਤੇ ਸੀ। ਹੁਣ ਪੇਪਰ ਦੇ ਵਿੱਚ ਕਈ ਵਾਰ ਆਊਗਾ 9A ਜਿਹੜਾ ਆਪਣਾ ਹੈਗਾ ਮਿਊਨਿਸਪੈਲਿਟੀਜ਼ ਲਈ, ਠੀਕ ਆ, ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਕੋਈ ਲੋੜ ਨਹੀਂ ਬਾਰ-ਬਾਰ ਕਰਵਾਉਣ ਦੀ, 74ਵੀਂ ਅਮੈਂਡਮੈਂਟ ਐਕਟ ਦੇ ਤਹਿਤ ਐਡ ਕੀਤਾ ਸੀ। ਪਾर्ट 9 ਦੇ ਵਿੱਚ ਜਿਹੜਾ B ਨੰਬਰ ਆ ਕੋਆਪਰੇਟਿਵ ਸੁਸਾਇਟੀਜ਼ ਲਈ, ਆਹ ਜ਼ਰੂਰ ਯਾਦ ਕਰ ਲਿਓ ਕਿਹੜੀ ਅਮੈਂਡਮੈਂਟ ਸੀ, 97ਵੀਂ ਅਮੈਂਡਮੈਂਟ ਸੀਗੀ 2011 ਦੇ ਵਿੱਚ, ਜਿਹਦੇ ਤਹਿਤ ਕੋਆਪਰੇਟਿਵ ਸੁਸਾਇਟੀਜ਼ ਐਡ ਕੀਤੀਆਂ ਸੀ। ਹੁਣ ਆ ਗਏ ਜੀ ਆਪਾਂ ਆਖਰੀ ਚੈਪਟਰ ਦੇ ਉੱਤੇ, ਇਹਨੂੰ ਥੋੜਾ ਜਿਹਾ ਧਿਆਨ ਨਾਲ ਦੇਖ ਲਿਓ, ਬਹੁਤ ਬਹੁਤ ਇੰਪੋਰਟੈਂਟ ਆर्टिकल ਨੇ ਇਹਦੇ ਵਿੱਚ। ਹੁਣ ਇਹਦੇ ਵਿੱਚ ਕੁਝ ਆर्टिकल ਇਹੋ ਜਿਹੇ ਨੇ ਜਿਹੜੇ ਕਿ ਪੇਪਰ ਦੇ ਵਿੱਚ ਤੁਹਾਨੂੰ ਬਿਲਕੁਲ ਯਾਦ ਹੋਣੇ ਚਾਹੀਦੇ ਨੇ, ਮਤਲਬ ਕਿ ਇਹ ਵਾਗੇ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਛੱਡ ਸਕਦੇ ਹੋ, ਪਰ ਆर्टिकल ਜੇ ਤੁਸੀਂ ਛੱਡ ਕੇ ਪੋਲਿਟੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਉੱਥੇ ਜਾ ਕੇ ਬਹੁਤ ਪਰੇਸ਼ਾਨ ਹੋਗੇ, ਕਿਉਂਕਿ ਪੇਪਰ ਦੇ ਵਿੱਚ 2-3 ਕੁਐਸਚਨ ਡਾਇਰੈਕਟ ਆर्टिकल ਦੇ ਵਿੱਚੋਂ ਪੁੱਛੇ ਜਾਂਦੇ ਨੇ। ਹੁਣ ਮੇਨ ਚੀਜ਼ ਪਤਾ ਕੀ ਹੁੰਦੀ ਹੈ ਇਹਦੇ ਵਿੱਚ, ਆर्टिकल ਯਾਦ ਕਰਨ ਦਾ ਕੋਈ ਟ੍ਰਿਕਸ ਦੇ ਨਾਲ ਵੀ ਤੁਸੀਂ ਯਾਦ ਕਰ ਸਕਦੇ ਹੋ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਪਰ ਮੇਰੇ ਅਕੋਰਡਿੰਗ ਜੇ ਤੁਸੀਂ ਸ਼ਡਿਊਲ ਤੇ ਪਾर्ट्स ਯਾਦ ਕਰਨੇ ਆ, ਠੀਕ ਆ। ਹੁਣ ਦੇਖੋ ਜੀ, ਜੇ ਤੁਸੀਂ ਸ਼ਡਿਊਲ ਯਾਦ ਕਰਨੇ ਆ ਜਾਂ ਪਾर्ट्स ਯਾਦ ਕਰਨੇ ਆ, ਇਹ ਤੁਹਾਨੂੰ ਟ੍ਰਿਕਸ ਨਾਲ ਯਾਦ ਹੋ ਸਕਦੇ ਆ, ਪਰ ਮੈਂ ਹਮੇਸ਼ਾ ਕਹਿੰਦਾ ਕਿ ਆर्टिकल ਤੁਹਾਨੂੰ ਬੇਸਿਕ ਚੀਜ਼ਾਂ ਨੇ, ਸਿੱਧੇ ਆर्टिकल ਤੁਹਾਨੂੰ ਯਾਦ ਹੋਣਗੇ ਸਿਰਫ ਤੇ ਸਿਰਫ ਜੇ ਤੁਸੀਂ ਉਹਦੀ ਥਿਊਰੀ ਪੜ੍ਹੀ ਹੋਈ ਆ। ਜੇ ਤੁਹਾਡੀ ਥਿਊਰੀ ਪੜ੍ਹੀ ਹੋਈ ਆ ਜੀ, ਹਾਂਜੀ ਕਿਹੜੇ ਨੰਬਰ ਆर्टिकल ਦੇ ਵਿੱਚ ਕਿਹੜਾ ਅਬੋਲਿਸ਼ਨ ਆਫ ਦਾ ਛੂਆ-ਛੂਤ ਦਾ ਕਿਹੜਾ ਵਾ, ਠੀਕ ਆ, ਅਨਟੱਚੇਬਿਲਟੀ ਕਿਹੜਾ ਵਾ, ਜਿਹੜਾ ਸਾਡਾ ਫਰੀडम ਆਫ ਸਪੀਚ ਕਿਹੜਾ ਵਾ, ਰਾਈਟ ਟੂ ਲਾਈਫ ਕਿਹੜਾ ਵਾ, ਰਾਈਟ ਟੂ ਐਜੂਕੇਸ਼ਨ ਕਿਹੜਾ ਵਾ, DPSP ਕਿਹੜਾ ਵਾ, ਫੰਡਾਮੈਂਟਲ ਡਿਊਟੀਜ਼ ਕਿਹੜਾ ਵਾ, ਜੇ ਤੁਹਾਡੀਆਂ ਪੜ੍ਹੀਆਂ ਹੋਈਆਂ ਨੇ ਨਾ, ਮੇਰੇ ਅਕੋਰਡਿੰਗ ਤੁਹਾਨੂੰ ਆਹ ਜਿਹੜੇ ਆर्टिकल ਇੰਪੋਰਟੈਂਟ ਹੁੰਦੇ ਨੇ ਇਹ ਯਾਦ ਕਰਨ ਦੀ ਕਦੇ ਵੀ ਲੋੜ ਨਹੀਂ ਪਊਗੀ ਜੇਕਰ ਤੁਹਾਡੀ ਇਹ ਥਿਊਰੀ ਪੜ੍ਹੀ ਹੋਈ ਆ। ਬਹੁਤ ਸਾਰੇ ਕੈਂਡੀਡੇਟ ਇਹੋ ਜਿਹੇ ਹੋਣਗੇ ਇਸ ਟਾਈਮ ਦਾ, ਚਾਹੇ ਕਲਾਸ ਦੇਖ ਰਹੇ ਆ ਚਾਹੇ ਨਹੀਂ ਦੇਖ ਰਹੇ, ਉਹਨਾਂ ਨੂੰ ਲਗਭਗ ਜਿਹੜੇ ਖਾਸ ਇੰਪੋਰਟੈਂਟ, ਜਿਹੜੇ ਖਾਸ ਕਰਕੇ ਜਿਹੜੇ ਪਹਿਲੇ 5 ਪਾर्ट्स ਦੇ ਵਿੱਚ ਆਉਂਦੇ ਨੇ, ਉਹ ਆर्टिकल ਸਾਰੇ ਇੰਪੋਰਟੈਂਟ ਯਾਦ ਹੋਣਗੇ, ਕਿਉਂ ਕਾਰਨ ਕੀ ਆ, ਉਹ 5 ਜਿਹੜੇ ਪਹਿਲੇ 5 ਪਾर्ट ਨੇ ਨਾ ਆਪਣੇ, ਉਹ ਸਾਰੇ ਬਹੁਤ ਚੰਗੀ ਤਰ੍ਹਾਂ ਪੜ੍ਹ ਚੁੱਕੇ ਆ ਥਿਊਰੀ ਦੇ ਵਿੱਚ। ਜਦੋਂ ਆਪਾਂ ਥਿਊਰੀ ਨੂੰ 2-3 ਵਾਰੀ ਪੜ੍ਹਦੇ ਆ, ਸਾਨੂੰ ਆर्टिकल ਲਈ ਯਾਦ ਨਹੀਂ ਕਰਨਾ ਪੈਂਦਾ ਕਿ 14 ਨੰਬਰ ਆर्टिकल ਕਾਹਦੇ ਲਈ ਸੀ, ਸਾਡਾ 18 ਨੰਬਰ ਕਾਹਦੇ ਲਈ ਸੀ, 20 ਕਿਹਦੇ ਲਈ ਸੀ, 25 ਕਿਹਦੇ ਲਈ ਸੀ, ਉਹਨੂੰ ਆਪਣੇ ਆਪ ਯਾਦ ਹੁੰਦੇ ਆ ਇਹ ਵਾਲੀਆਂ ਚੀਜ਼ਾਂ। ਸੋ ਇਹਦੇ ਵਿੱਚ ਕੋਈ ਖਾਸ ਮੇਰੇ ਅਕੋਰਡਿੰਗ ਆर्टिकल ਦੇ ਵਿੱਚ ਜ਼ਿਆਦਾ ਟ੍ਰਿਕ ਲਾਉਣ ਦੀ ਕੋਸ਼ਿਸ਼ ਨਾ ਕਰਿਓ, ਆर्टिकल ਤੁਹਾਨੂੰ ਥਿਊਰੀ ਦੇ ਨਾਲ ਹੀ ਯਾਦ ਹੋਣਗੇ। ਫੰਡਾਮੈਂਟਲ ਰਾਈਟਸ ਹੋ ਗਏ, ਚਾਹੇ ਆਪਣੇ ਕੋਈ ਵੀ ਕਲਾਸ ਹੋਗੀ, ਬਹੁਤ ਚੰਗੀ ਤਰ੍ਹਾਂ ਕਰ ਲਿਓ, ਸਭ ਤੋਂ ਵੱਧ ਕੁਐਸਚਨ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਪੁੱਛੇ ਜਾਂਦੇ ਨੇ। ਤਾਂ ਜੀ ਪਹਿਲੇ ਆर्टिकल ਜਿਹੜਾ ਆ ਗਿਆ ਜੀ ਸਾਡਾ, ਇਹ ਯਾਦ ਹੋਣਾ ਚਾਹੀਦਾ, ਨਾਮ ਜਿਹੜੇ ਦਿੱਤੇ ਹੋਏ ਆ ਯੂਨੀਅਨ ਟੈਰੀਟਰੀ ਦੇ, ਇਹ ਆਪਣੇ ਆर्टिकल 1 'ਚ ਆ। ਨਵੇਂ ਰਾਜ ਦਾ ਦਾਖਲਾ ਐਸਟੈਬਲਿਸ਼ਮੈਂਟ ਆਫ ਨਿਊ ਸਟੇਟ 2 'ਚ ਦਿੱਤੇ ਹੋਇਆ। ਤੀਜੇ ਦੇ ਵਿੱਚ ਫਾਰਮੇਸ਼ਨ ਆਫ ਨਿਊ ਸਟੇਟ ਜਾਂ ਆਲਟਰੇਸ਼ਨ ਆਫ ਏਰੀਆ ਬਾਉਂਡਰੀ ਐਂਡ ਦਾ ਨੇਮ ਆਫ ਦਾ ਐਗਜ਼ਿਸਟਿੰਗ ਸਟੇਟ ਕੀਤੇ ਹੋਇਆ 3। ਵੈਸੇ ਇਹ 4 ਨੰਬਰ ਆर्टिकल 'ਚ ਆ, ਪਰ ਆਪਾਂ ਤੁਹਾਨੂੰ ਇਹਦੇ ਵਿੱਚ 3 ਐਡ ਕੀਤੇ ਨੇ, ਤਿੰਨਾਂ ਦੇ ਵਿੱਚੋਂ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ, ਕਿਉਂਕਿ ਇਹਦੇ ਵਿੱਚ ਕੁਝ ਮੈਂ ਛੱਡੇ ਵੀ ਹੋਏ ਨੇ, ਕਿਉਂਕਿ ਸਾਰੇ ਤੁਹਾਨੂੰ ਯਾਦ ਵੀ ਨਹੀਂ ਹੋਣਗੇ, ਜਿਹੜੇ ਖਾਸ ਇੰਪੋਰਟੈਂਟ ਨੇ ਉਹੀ ਐਡ ਕੀਤੇ ਨੇ। ਪਾर्ट 2 ਦੇ ਵਿੱਚ ਆर्टिकल 5 ਤੋਂ 11 ਤੁਹਾਨੂੰ ਸਾਰਾ ਕੁਝ ਯਾਦ ਆ, ਠੀਕ ਆ। ਇੱਥੇ ਦੇਖੋ ਜੀ ਪਾर्ट ਵੀ ਤੁਹਾਨੂੰ ਨਾਲ ਦੀ ਨਾਲ ਰਿਵਾਈਜ਼ ਹੋ ਰਹੇ ਆ। ਵੈਸੇ ਮੈਂ ਪਾर्ट ਤੁਹਾਨੂੰ ਅੱਡ ਦਿੱਤੇ ਹੋਏ, ਸ਼ਡਿਊਲ ਤੁਸੀਂ ਅੱਡ ਕਰ ਲਏ, ਠੀਕ ਆ, ਜਿੰਨੇ ਵੀ ਸ਼ਡਿਊਲ ਨੇ, ਤਾਂ ਉਸ ਤੋਂ ਬਾਅਦ ਪਾर्ट ਵੀ ਤੁਹਾਨੂੰ ਅਲੱਗ ਤੋਂ ਮੈਂ ਇਹ ਮੈਂਸ਼ਨ ਕੀਤੇ ਹੋਇਆ, ਪਾर्ट ਦੇ ਨਾਲ ਆर्टिकल ਦਿੱਤੇ ਹੋਇਆ, ਜਿਹਦੇ ਨਾਲ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਆਸਾਨੀ ਹੋਏਗੀ। 5 ਨੰਬਰ ਆर्टिकल ਆ ਜਿਹੜਾ ਸੰਵਿਧਾਨ ਦੀ ਸ਼ੁਰੂਆਤ ਵੇਲੇ ਜਿਹੜੀ ਨਾਗਰਿਕਤਾ ਹੋਊਗੀ। 6 ਨੰਬਰ ਦੇ ਵਿੱਚ ਕੋਈ ਵੀ ਸਪੈਸ਼ਲ ਸਰਟਨ ਪਰਸਨ ਆ ਜਿਹੜਾ ਮਾਈਗ੍ਰੇਟ ਹੋ ਕੇ ਆਇਆ ਟੂ ਇੰਡੀਆ ਫਰੋਮ ਪਾਕਿਸਤਾਨ। 10 ਨੰਬਰ 'ਚ ਦੇ ਵਿੱਚ ਕੌਨਸਟੀਟਿਊਸ਼ਨਸ ਆਫ ਰਾਈਟ ਆਫ ਸਿਟੀਜ਼ਨਸ਼ਿਪ ਹੋ ਗਿਆ, ਠੀਕ ਆ। ਤਾਂ 11 ਨੰਬਰ ਆर्टिकल 'ਚ ਜਿਹੜਾ ਪਾਰਲੀਮੈਂਟ ਰੈਗੂਲੇਟ ਕਰਦੀ ਆ ਰਾਈਟ ਆਫ ਸਿਟੀਜ਼ਨਸ਼ਿਪ ਦੇ, ਉਹ 11 ਨੰਬਰ ਆर्टिकल 'ਚ ਮੈਂਸ਼ਨ ਆ। ਇਹ ਚੀਜ਼ਾਂ ਯਾਦ ਹੋ ਗਈਆਂ। ਹੁਣ ਆ ਗਏ ਜੀ ਤੀਜੇ ਪਾर्ट 'ਚ, ਫੰਡਾਮੈਂਟਲ ਰਾਈਟਸ ਤੋਂ ਭਰ ਕੇ ਕੁਐਸਚਨ ਆਉਂਦੇ ਨੇ। ਹਰੇਕ ਪੇਪਰ 'ਚ ਇੱਕ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੂਗਾ, ਪੱਕਾ 100% ਤੁਹਾਨੂੰ ਪੇਪਰ ਦੇ ਵਿੱਚ ਇੱਕ ਕੁਐਸਚਨ ਫੰਡਾਮੈਂਟਲ ਰਾਈਟਸ 'ਚੋਂ ਦੇਖਣ ਨੂੰ ਮਿਲੂਗਾ। ਇਹ ਤਾਂ ਰੱਟ ਲਓ ਜੀ ਸਾਰੇ, 14 ਤੋਂ ਲੈ ਕੇ 32 ਤੱਕ ਤੁਸੀਂ ਯਾਦ ਕਰਨੇ ਆ ਇਹ ਆर्टिकल।
14 ਨੰਬਰ ਆਰਟੀਕਲ ਤੋਂ 32 ਨੰबर ਆर्टिकल तक याद करने हैं। वैसे ये 12 तो 35 नंबर तक आप 14 तो 32 तक करने हैं। देखो जी डेफिनेशन ऑफ स्टेट 12 नंबर आर्टिकल पहला आ देख लो ओरिजिनली पेपर च सीधा सीधा क्वेश्चन आता जो अपना फंडामेंटल राइट्स ऐड किए संविधान के उदों किन्ने फंडामेंटल राइट से 7 फंडामेंटल राइट्स से पर इस टाइम के उत्ते ना अपनी 44वीं अमेंडमेंट हुई सी 1978 जिहदे राइट टू प्रॉपर्टी आर्टिकल सीगा जिहड़ा आर्टिकल 31 सी उहनूं डिलीट करता। डिलीट करके उन्होंने की कीता सी लीगल राइट बनाया सी जिहड़ा कि 300A नंबर आर्टिकल दे विच दर्ज आ। ये चीज़ तुहानूं याद होनी चाहिए। इस टाइम के उत्ते अपने किन्ने फंडामेंटल राइट्स ने टोटल 6। ठीक है जी 12 नंबर के विच आपां तुहानूं कराता लॉ एनफोर्समेंट इनका ये भी तो ज़्यादा इंपोर्टेंट नहीं बनता गा। हुण आ गए जी मेन आर्टिकल। देखो जी 14 तो 18 तुहानूं याद होने चाहिए। मैं बार बार कह रहा बहुत इंपोर्टेंट ने। इक्वैलिटी बिफोर लॉ बहुत बार पेपर च पुछ चुके हैं जी 14 नंबर आर्टिकल। 15 नंबर आर्टिकल भी याद होना चाहिए कि प्रोविजन ऑफ डिस्क्रिमिनेशन नहीं होनी चाहिए ग्राउंड ऑफ द रेस कास्ट सैक्स और प्लेस ऑफ द बर्थ। 15 नंबर भी इंपोर्टेंट है। हुण देखो जी जिहड़ी चीज़ के मूहरे स्टार लाता तुहानूं याद होनी चाहिए है। 16 नंबर च इक्वैलिटी ऑफ द अपॉर्चुनिटी द पब्लिक इंप्लॉयमेंट कोई भी रोजगार के मामले में इक्वैलिटी होनी चाहिए है। 17 नंबर आर्टिकल के छूआछूत का खात्मा हो गया। 18 नंबर च अबॉलिशन ऑफ द टाइटलों भी इन्होंने खत्म करता। ठीक है जी ठीक है जी हुण जेकर तुहानूं पुछे कि राइट टू इक्वैलिटी का किन्ने तो किन्ने दा 14 तो लैके 18 तक ये चीज़ां दर्ज ने। ठीक है हुण आ गया जी दूजा साडा अपना राइट टू फ्रीडम। राइट टू फ्रीडम दे विच आर्टिकल 19 तो लैके 22 तक आ। वैसे हुण इहदे विच 19 नंबर आर्टिकल दे विच गारंटी दित्ती आ 6 राइट्स दित्ते ने टोटल जिस राइट टू फ्रीडम ऑफ स्पीच एंड एक्सप्रैशन ए दे विच आ। बी दे विच राइट टू असैंबल पीसफुली विदाउट आर्म्स मतलब कि तुसीं शांतिपूर्वक तरीके नाल बिना हथियारां तो इकट्ठ हो सकदे हो। तो राइट टू फॉर्म एसोसीएशन भी बना सकते हो यूनीयन भी बना सकते हो आपकी। राइट टू मूव फ्रीली थ्रू आउट द टैरेटरी ये सारे मैं तुम्हें डिटेल के करवाए हुए। मैं इसलिए सिर्फ उही तुम्हें करा रहा कि तुम्हें एक बार रिवीजन हो जाए। राइट टू रिसाइड एंड सैटल इन एनी पार्ट किसी भी पार्ट के कंट्री च रह के तुम वस सकते हो। राइट टू प्रैक्टिस एनी प्रोफैशन कोई भी तुम प्रोफैशन कैरी कर सकते हो आपका ट्रेड बिजनेस से। ठीक है जी लीगल वे ना करना मतलब ये चीज़ा नहीं होंगे कि तुम इनलीगल वे के नाल जे तुहानूं दिता होया कि फंडामेंटल राइट्स के मैंने ये 6 अधिकार दिते हुए हैं भी मैं मतलब कि दारू बेचूंगा मैं शराब बेचूंगा मैं ये बनूंगा मैं वो बनूंगा गैंगस्टर बनूंगा ये चीज़ां नहीं होंदियां जी लीगल तरीके नाल जिहड़े कानून के दायरे के अंदर रह के करते होंगे। ठीक है जी ये मैं तुहानूं बहुत चंगी तरह करवाया है फंडामेंटल राइट्स। 20 नंबर आर्टिकल सानूं कहंदा कि प्रोटैक्शन इन रिस्पैक्ट ऑफ कन्वेंशन ऑफ ऑफेंस। ठीक है अपराधां लई दोषी ठहराए जाण दे संबंध च सुरक्षा। 21 नंबर आर्टिकल सानूं कहंदा जी प्रोटैक्शन ऑफ लाइफ एंड परसनल लिबर्टी। 21A नंबर आर्टिकल ये ऐड किया जी राइट टू एजुकेशन की 6 तो 14 साल के बच्चों को उन्होंने अधिकार आ जी एलीमेंटरी एजुकेशन का। ठीक है जी 21A बहुत बार पूछा जाता 21A आर्टिकल इंपोर्टेंट आ। 22 नंबर आर्टिकल के हुण मान लो किसी को अरैसट कर लिया डिटेंशन करता वो कुछ अधिकार दिते हुए वो 22 नंबर आर्टिकल च। राइट अगेंस्ट एक्सप्लोरेशन ये 23 नंबर 24 नंबर आर्टिकल च एक फंडामेंटल राइट आ। 23 नंबर के परमिशन एंड ट्रैफिक इन ह्यूमन बीइंग एंड फोर्स लेबर किसी भी मनुख के मतलब उन्होंने जबरी कोई मजदूरी नहीं करवा सकता। प्रोविजन ऑफ 24 नंबर आर्टिकल सानू कहंदा जी प्रोविजन ऑफ एम्पलॉयमेंट ऑफ चिल्ड्रन जिवें फैक्ट्रीज़ दे विच मतलब बहुत ज़्यादा मतलब सही जगह नहीं गई उत्थे है ना तो वो एरिया दे विच कोई काम नहीं करा सकता अंडर 14 साल तो घट दे। तुसीं देखो फैक्ट्रियां दा बाहर लिखिया हुंदा ना भी इत्थे 14 साल तो घट बच्चे दी अपनी मजदूरी की मनाही है। देखिया होगा तुसीं बहुत जगह के उत्ते यही चीज़ है ये फंडामेंटल राइट आ। वैसे भी राइट टू फ्रीडम ऑफ रिलीजन 25 तो 28 नंबर आर्टिकल से बहुत बार पूछ चुके हैं जी। आ क्वेश्चन भी तुहानूं 25 नंबर के जमीर की आज़ादी धर्म का सुतंत्र पेशा। ठीक है जी सो 26 नंबर आर्टिकल के मैनेज रिलीजियस लाइफ अफेयर जोड़े हो गए। ठीक है 27 नंबर आर्टिकल सानूं कहंदा जी किसी विशेष धर्म के प्रचार लिए टैक्स अदा करने की आज़ादी। ठीक है तो जी फ्रीडम फॉर अटेंडिंग रिलीजियस इंस्ट्रक्शंस 28 नंबर आर्टिकल। 29-30 नंबर आर्टिकल प्रोटैक्शन ऑफ इंटरस्ट ऑफ मिनैरिटी ली 29 नंबर आ। 30 नंबर मिनैरिटी टू एस्टैबलिश एंड एडमिनिस्टर एजुकेशन इंस्टीट्यूट। ठीक है जी 30 नंबर हो गया। सो ये 32 के 32 याद होने चाहिए ये तो खुद ही पढ़ने पैने ये याद कराने वाला क्वेश्चन। 31 नंबर रिमूव हो गया जी मैं तुम्हें पहले ही कहता। ठीक है पहले 6 सी हम पहले 7 थे हम 6 रह गए आ 6वां आ गया साढ़े को फंडामेंटल राइट जिहदे को रिमेडी टू इनफोर्समेंट ऑफ फंडामेंटल राइट्स। बहुत 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 इंपोर्टेंट क्वेश्चन बनता पेपर के बहुत बार पूछा जाएगा। मौलिक अधिकारों लागू करने लिए उपचार हार्ट एंड सोल ऑफ द कॉन्स्टिट्यूशन क्या सी इनू डॉक्टर BR अंबेडकर ने। हुण आ गया जी डायरैक्टिव प्रिंसीपल ऑफ स्टेट ये तुहानूं आज़ाद होने चाहिए बहुत इंपोर्टेंट बन गया। 36 नंबर 36 तो 52 नंबर आर्टिकल के दर्ज आ पार्ट 4 के दर्ज आ क्वेश्चन पेपर के बहुत बार पूछा इक्वल जस्टिस एंड फ्री लीगल एड। ठीक है जी 39D पूछा जाता कई बार तुहानूं कि हाँ जी इक्वल वर्क एंड इक्वल पे फॉर मैन एंड वूमैन ये भी आ। 40 नंबर आर्टिकल बहुत फेवरेट क्वेश्चन है जी ग्राम पंचायतों का संगठन मतलब कि ये निर्देश दिते एक चीज़ याद रखनी आ जिहड़े फंडामेंटल राइट्स आ इहदे लई कोई भी व्यक्ति जिहड़ा हुंदा वा ओह कोर्ट जा सकदा हुंदा पर जिहड़ियां DPSP दे विच चीज़ां लिखियां उहदे विच इस तरह नहीं कि मतलब फोर्सफुली तुसीं ये अपलाई नहीं कर सकदा स्टेट नूं निर्देश कीते कि तुसीं ये चीज़ां करनियां ने।
ठीक है। जिवें हुण स्टेट्स नूं निर्देश दिते सी 40 नंबर आर्टिकल च कि तुसीं ऑर्गेनाइजेशन करो विलेज पंचायत का, मतलब करना करन नहीं करना ना करन, गल खत्म। तां ही कुछ स्टेट्स च आपां देखदे हां कि हाँ जी वो लागू हो जांदियां सी ऑर्गेनाइजेशन, कईयां दे विच नहीं हुंदियां सीगीआं पंचायतां दा। हुण आपां देखदे हां इस तो बाद आपां देखदे हां कि जदों 73वीं अमेंडमेंट 1992 दे विच आई सी, 1993 तो बाद तां सारियां स्टेट्स दे विच सारे अपने पिंडां दे विच पंचायतां हुंदियां ने, है ना। सो वो अपना एक तरह ना एक लॉ बनिया सी, एक अमेंडमेंट हो के एक लॉ बन गया सी, एक्ट बन के हो आ गया सी। पर इहदे विच ਜਿਹੜੀ ਆਹ ਸੀ ਜਸਟ ਇੱਕ ਨਿਰਦੇਸ਼ ਦਿੱਤੇ ਹੋਏ ਸੀ। ਇਹ ਫਰਕ ਆ। ਪਰ ਪੇਪਰ ਦੇ ਵਿੱਚ ਜਾਂ ਤਾਂ ਤੁਹਾਨੂੰ 40 ਬਾਰੇ ਪੁੱਛਣਗੇ ਜਾਂ 73ਵੀਂ ਅਮੈਂਡਮੈਂਟ ਬਾਰੇ 243 ਨੰਬਰ ਆਰਟੀਕਲ ਬਾਰੇ ਪੁੱਛੋ, ਉਹ ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ, ਠੀਕ ਆ। ਸੋ ਇਹ ਅਲੱਗ-ਅਲੱਗ ਕੁਐਸਚਨ ਬਣਦੇ ਹੁੰਦੇ ਨੇ। ਇਹ 40 ਅਲੱਗ ਆ, 243 ਨੰਬਰ ਆਰਟੀਕਲ ਦੇ ਵਿੱਚ ਕੋਈ ਚੀਜ਼ ਪੁੱਛਣਗੇ ਉਹ ਅਲੱਗ ਪੁੱਛਣਗੇ, ਉਹ 73ਵੀਂ ਅਮੈਂਡਮੈਂਟ ਦੇ ਨਾਲ ਰਿਲੇਟਡ ਤੁਹਾਨੂੰ ਪੁੱਛਣਗੇ। ਰਾਈਟ ਟੂ ਵਰਕ ਟੂ ਐਜੂਕੇਸ਼ਨ ਐਂਡ ਥਰੂ ਪਬਲਿਕ ਅਸਿਸਟੈਂਟ ਇਨ ਸਰਟਨ ਕੇਸਿਸ, ਠੀਕ ਹੈ ਜੀ। 43 ਨੰਬਰ ਆਰਟੀਕਲ ਲਿਵਿੰਗ ਵੇਜਸ 43A। ਹੁਣ ਆਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ, ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਕਿਹੜਾ ਵਾ। ਇਹ ਹੁੰਦਾ ਜੀ 45 ਨੰਬਰ ਆਰਟੀਕਲ ਜਿਹੜਾ ਸੀਗਾ ਜਿਹਦੇ 'ਚ ਕਿ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਹੋ ਗਿਆ। ਤਾਂ ਨੈਕਸਟ ਸਾਡੇ ਕੋਲੇ ਆਉਂਦਾ ਜੀ ਇਹਦੇ ਵਿੱਚ ਹੋਰ ਇੰਪੋਰਟੈਂਟ ਬਣਦਾ ਜੀ। ਵੈਸੇ ਤੁਸੀਂ ਇਹ DPSP ਦੀ ਜਦੋਂ ਕਲਾਸ ਦੇਖੋਗੇ ਉਹਦੇ ਵਿੱਚ ਹੋ ਜਾਊਗਾ। ਆਹ ਜ਼ਰੂਰ ਕਰ ਲਿਓ ਜੀ 49 ਨੰਬਰ ਆਰਟੀਕਲ ਆ ਸਮਾਰਕਾਂ ਦੇ ਸਥਾਨਾਂ ਤੇ ਕੁਦਰਤੀ ਮਹੱਤਵ ਵਾਲੀਆਂ ਵਸਤੂਆਂ ਦੀ ਸੁਰੱਖਿਆ, ਕਿਉਂਕਿ ਨਾ ਆਹ ਕੁਐਸਚਨ ਪਾ ਦਿੰਦੇ ਨੇ ਉਹ ਚੱਕ ਕੇ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਲਾਈਨਾਂ ਦੇ ਦੇਣਗੇ ਤੁਹਾਨੂੰ, 3 ਚੀਜ਼ਾਂ ਦੇ ਦੇਣਗੇ, 4 ਆਪਸ਼ਨਾਂ ਦੇ ਕੇ ਕਹਿਣਗੇ ਇਹਨਾਂ 'ਚੋਂ ਦੱਸੋ ਜੀ ਇੱਕ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਗੀ, ਜਾਂ 4 ਚੀਜ਼ਾਂ ਦੇ ਕੇ ਤੁਹਾਨੂੰ ਕਹਿ ਦੇਣਗੇ ਇਹਨਾਂ 'ਚੋਂ ਦੱਸੋ ਕਿਹੜਾ DPSP ਦਾ ਪਾਰਟ ਨਹੀਂ। ਤਾਂ ਕਰਕੇ ਇਹ ਯਾਦ ਕਰ ਲਿਓ, ਠੀਕ ਆ। ਇਹ ਬਹੁਤ ਵਾਰ ਪੁੱਛਿਆ, ਆਹ ਕੁਐਸਚਨ ਬਹੁਤ ਵਾਰ ਪੁੱਛਿਆ। ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਦਾ ਐਗਜ਼ੀਕਿਊਟਿਵ ਇਹਦੇ 'ਚ ਮੈਂਸ਼ਨ ਆ 50 ਨੰਬਰ ਆਰਟੀਕਲ। 51 ਨੰਬਰ ਆਰਟੀਕਲ ਆਪਣਾ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। 4A ਦੇਖੋ ਜੀ, ਪਹਿਲਾਂ ਸਭ ਤੋਂ ਪਹਿਲਾਂ ਆਪਣੇ ਕੋਲੇ 10 ਸੀਗੀਆਂ ਫੰਡਾਮੈਂਟਲ ਡਿਊਟੀਜ਼, ਠੀਕ ਆ। ਉਸ ਤੋਂ ਬਾਅਦ ਕੀ ਕੀਤੀਆਂ ਜੀ ਇਹਨਾਂ ਨੇ 4A ਦਾ ਮਤਲਬ ਇਹ ਆ ਕਿ ਸਾਡੇ ਸੰਵਿਧਾਨ 'ਚ ਜਦੋਂ ਸੰਵਿਧਾਨ ਬਣਿਆ ਸੀ ਫੰਡਾਮੈਂਟਲ ਡਿਊਟੀਜ਼ ਐਡ ਨਹੀਂ ਸੀਗੀਆਂ, ਠੀਕ ਆ। ਉਸ ਤੋਂ ਬਾਅਦ 4A ਪਾਰਟ ਐਡ ਕੀਤਾ, ਇਨਸਰਟ ਕੀਤਾ, ਉਹ 'ਚ ਆਰਟੀਕਲ 51A ਪਾਇਆ ਤੇ ਇਹਦੇ 'ਚ 10 ਡਿਊਟੀਜ਼ ਇਹਨਾਂ ਨੇ ਐਡ ਕਰਤੀਆਂ। ਪਰ ਇਸ ਟਾਈਮ ਦੇ ਉੱਤੇ 11 ਨੇ। 11ਵੀਂ ਡਿਊਟੀ ਐਡ ਕੀਤੀ ਸੀ 86ਵੀਂ ਅਮੈਂਡਮੈਂਟ 'ਚ। ਆਹ ਨੇ ਜੀ ਸਾਰੀਆਂ ਡਿਊਟੀਜ਼, ਠੀਕ ਆ ਜੀ। ਸੋ ਇਹ ਸਾਰੀਆਂ ਡਿਊਟੀਜ਼ ਜਿਹੜੀਆਂ 10 ਨੇ, 10 11 ਇਹ ਸਾਰੀ ਦੀ ਸਾਰੀ ਮੈਂ ਇਹਦੇ ਵਿੱਚ ਐਡ ਨਹੀਂ ਕੀਤੀਆਂ, ਕਿਉਂਕਿ ਇਹਦੇ ਵਿੱਚ ਐਡ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਫੰਡਾਮੈਂਟਲ ਦੀਆਂ 11 ਦੀਆਂ 11 ਡਿਊਟੀਜ਼ ਕਰਾਈਆਂ ਹੋਈਆਂ, ਨਾਲ ਤੁਹਾਨੂੰ ਉਹਦੀ PDF ਵੀ ਦਿੱਤੀ ਹੋਈ ਆ, ਉੱਥੋਂ ਯਾਦ ਕਰ ਲਿਓ, ਠੀਕ ਆ। ਇਹ 11 ਦੀਆਂ 11 ਯਾਦ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ, 11 ਦੀਆਂ 11, ਜ਼ਿਆਦਾ ਔਖੀਆਂ ਨਹੀਂ ਸੌਖੀਆਂ ਨੇ। ਤਾਂ ਜੀ ਹੁਣ ਹੈਗਾ ਯੂਨੀਅਨ, ਠੀਕ ਹੈ ਜੀ। ਇਹ 'ਚ 52 ਨੰਬਰ ਆਰਟੀਕਲ ਸਾਡਾ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵਰਣਨ ਕਰਦਾ, ਠੀਕ ਹੈ। ਐਗਜ਼ੀਕਿਊਟਿਵ ਪਾਵਰ ਜਿਹੜੀਆਂ ਯੂਨੀਅਨ ਨੂੰ ਦਿੰਦਾ 53 ਨੰਬਰ ਇੰਪੋਰਟੈਂਟ ਹੈ ਜੀ। ਇਹ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਨਾਲ ਰਿਲੇਟਡ ਕੋਈ ਵੀ ਆਰਟੀਕਲ ਆ ਇੰਪੋਰਟੈਂਟ ਬਣਦਾ ਵਾ। ਇੰਪੀਚਮੈਂਟ ਇਹ ਪੁੱਛੇ ਹੋਏ ਨੇ ਜੀ ਕੁਐਸਚਨ, ਇਸ ਤਰ੍ਹਾਂ ਨਾ ਸੋਚਿਓ ਕਿ ਇਹ ਨਹੀਂ ਪੁੱਛਣ। ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਨਾ ਇਹ ਇੰਪੋਰਟੈਂਟ ਬਣਦੀ ਆ, ਉਹ ਪੁੱਛੇ ਹੋਏ ਨੇ ਕੁਐਸਚਨ ਪਿਛਲੇ ਪੇਪਰਾਂ 'ਚ। 61 ਨੰਬਰ ਆਰਟੀਕਲ ਜੀ ਇੰਪੀਚਮੈਂਟ ਪ੍ਰੈਜ਼ੀਡੈਂਟ ਦੀ। 63 ਨੰਬਰ ਆਰਟੀਕਲ ਵਾਈਸ ਪ੍ਰੈਜ਼ੀਡੈਂਟ। ਹੁਣ ਦੇਖੋ 54 ਤੋਂ ਸਿੱਧਾ 61 ਤੇ ਆ ਗਏ, ਇਹਦਾ ਮਤਲਬ ਦੂਜੇ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇਗੇ, ਆਹ ਜ਼ਿਆਦਾ ਇੰਪੋਰਟੈਂਟ ਬਣਦੇ ਨੇ। 61 ਨੰਬਰ ਆਰਟੀਕਲ ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ, ਠੀਕ ਆ। 61 ਨੰਬਰ 'ਚ 63 ਨੰਬਰ ਆਰਟੀਕਲ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਇੰਡੀਆ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਐਕਸ ਅਫੀਸ਼ੀਓ ਚੇਅਰਮੈਨ ਹੋਊਗਾ ਕਾਉਂਸਲ ਆਫ ਸਟੇਟ, ਮਤਲਬ ਰਾਜ ਸਭਾ ਦਾ। 64 ਨੰਬਰ ਆਰਟੀਕਲ 'ਚ ਇਹ ਦਰਜ ਆ। ਇਹ ਵੀ ਦੋਨੇ ਬਹੁਤ ਇੰਪੋਰਟੈਂਟ ਬਣਦੇ ਨੇ। ਸੋ ਇਹਦੇ ਵਿੱਚ ਇੰਪੋਰਟੈਂਟ ਹੀ ਲਿਆਂਦੇ ਹੋਇਆ। ਇਲੈਕਸ਼ਨ 66 ਨੰਬਰ 'ਚ ਲਿਖੇ ਹੋਇਆ। ਪਾਰਡਨਿੰਗ ਜਿਹਨੇ ਮਤਲਬ ਰਾਸ਼ਟਰਪਤੀ ਮਾਫੀ ਦੀਆਂ ਸ਼ਕਤੀਆਂ ਦਿੱਤੀਆਂ 72 ਨੰਬਰ 'ਚ। 74 ਨੰਬਰ ਕਾਉਂਸਲ ਆਫ ਏਡ ਟੂ ਐਂਡ ਐਡਵਾਈਸ ਦਾ ਪ੍ਰੈਜ਼ੀਡੈਂਟ, ਇਹ ਆ ਗਿਆ ਆਪਣਾ ਪ੍ਰਾਈਮ ਮਿਨਿਸਟਰ, ਬਹੁਤ ਇੰਪੋਰਟੈਂਟ ਬਣ ਗਿਆ ਜੀ। ਆ 74 ਨੰਬਰ ਬਹੁਤ ਚੰਗੀ ਤਰ੍ਹਾਂ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ। 76 ਨੰਬਰ ਆਰਟੀਕਲ ਅਟਾਰਨੀ ਜਨਰਲ ਆਫ ਇੰਡੀਆ ਲਈ ਆ, ਜਿਹੜਾ ਕਿ ਹਾਈਐਸਟ ਲਾਅ ਆਫਿਸਰ ਆਪਣਾ, ਠੀਕ ਆ, ਭਾਰਤ ਦਾ। ਕੌਂਸਟੀਟਿਊਟ ਪਾਰਲੀਮੈਂਟ ਲਈ ਜੀ 79 ਨੰਬਰ ਆਰਟੀਕਲ ਆ, ਬਹੁਤ ਵਾਰ ਪੁੱਛਿਆ ਜਾਂਦਾ। ਪਾਰਲੀਮੈਂਟ ਲਈ ਕਿੰਨਾ ਨੰਬਰ ਆਰਟੀਕਲ ਆ? 79। ਇੱਕ ਆਰਟੀਕਲ ਵਧਾ ਲਓ ਰਾਜ ਸਭਾ ਲਈ ਆ ਗਿਆ, ਇੱਕ ਆਰਟੀਕਲ ਉਹਦੇ ਵਿੱਚ ਪਲੱਸ ਕਰ ਦਿਓ ਤਾਂ ਕਦਾ ਆ ਗਿਆ ਸਾਡਾ ਲੋਕ ਸਭਾ ਲਈ। ਜੇਕਰ ਤੁਹਾਨੂੰ 79 ਯਾਦ ਆ ਤਾਂ ਤੁਹਾਨੂੰ ਲੋਕ ਸਭਾ, ਰਾਜ ਸਭਾ ਤੇ ਲੋਕ ਸਭਾ ਦਾ ਵੀ ਯਾਦ ਹੋ ਜਾਏਗਾ। ਡਿਊਰੇਸ਼ਨ ਜਿਹੜਾ ਹੁੰਦਾ ਹਾਊਸ ਆਫ ਪਾਰਲੀਮੈਂਟ, ਇਹ 83 ਨੰਬਰ 'ਚ ਆ। ਹੁਣ ਦੇਖੋ ਜੀ 83 ਤੋਂ ਸਿੱਧਾ 93 ਤੇ ਜਾ ਰਹੇ ਆ, ਇਹਦਾ ਮਤਲਬ ਇਹ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਆਪਣੇ। 93 ਨੰਬਰ ਆਰਟੀਕਲ ਸਾਨੂੰ ਇਹ ਨਾ PDF ਇਸ ਲਈ ਦਿੱਤੀ ਹੈ, ਇਹਦੀ ਨਾ PDF ਦਾ ਤੁਸੀਂ ਪ੍ਰਿੰਟ ਕਢਵਾਉਣਾ ਵਾ। ਕੋਈ ਖਾਸ ਬਾਹਲੇ ਮੇਰੇ ਅਕੋਰਡਿੰਗ ਤਾਂ ਹੈ ਨਹੀਂ ਗੇ। ਕਿੰਨੇ ਪੇਜ ਬਣਦੇ ਨੇ ਜੀ ਤੁਹਾਡੇ? ਸ਼ਾਇਦ 28 ਪੇਜ ਬਣਦੇ ਨੇ, ਕੋਈ ਖਾਸ ਵੱਡੀ ਗੱਲ ਨਹੀਂ। 1 ਰੁਪਈਆ ਲੈਂਦੇ ਹੋਣਗੇ ਹੈ ਨਾ ਕਾਪੀ ਦਾ, ਸੋ 1-2 ਰੁਪਏ ਲੈਂਦੇ ਨੇ। ਸੋ ਇਹਨੂੰ ਪ੍ਰਿੰਟ ਕਰਵਾ ਲਿਓ, ਕਿਉਂਕਿ ਪੰਜਾਬੀ 'ਚ ਵੀ ਹੈ, ਇੰਗਲਿਸ਼ 'ਚ। ਵੈਸੇ ਤੁਹਾਡੇ ਕੋਲ ਕੋਈ ਬੁੱਕ ਹੈਗੀ ਆ ਫਿਰ ਲੋੜ ਨਹੀਂ। ਜੇ ਤੁਹਾਡੇ ਕੋਲ ਬੁੱਕ ਹੈ ਨਹੀਂ ਤਾਂ ਇਹਨੂੰ ਪਲੀਜ਼ ਇਹਨੂੰ ਕਰਵਾ ਲਿਓ, ਪ੍ਰਿੰਟ ਕਰਾ ਲਿਓ, ਕੋਈ ਖਾਸ ਫਰਕ ਨਹੀਂ ਪੈਂਦਾ 25-30 ਰੁਪਏ ਨਾਲ ਤੁਹਾਡਾ। ਸੋ ਇਹਨੂੰ ਪੂਰੀ ਚੰਗੀ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ ਪ੍ਰਿੰਟ ਕਢਾ ਕੇ। ਤਾਂ ਜੀ ਅਟਾਰਨੀ ਜਨਰਲ ਆਫ ਇੰਡੀਆ ਲਈ 76 ਆਪਾਂ ਤੁਹਾਨੂੰ ਕਰਵਾਤਾ ਹੋਇਆ। ਲੋਕ ਸਭਾ ਰਾਜ ਸਭਾ ਵੀ ਕਰਵਾਤਾ। ਸਪੀਕਰ ਡਿਪਟੀ ਸਪੀਕਰ ਦੀ 69 ਨੰਬਰ, 93 ਨੰਬਰ ਆ। 105 ਨੰਬਰ ਪਾਵਰ ਦਿੱਤੀਆਂ ਹੋਈਆਂ ਨੇ ਜਿਹੜੀਆਂ, ਇਹ ਤੁਸੀਂ PDF 'ਚੋਂ ਪੜ੍ਹ ਲੈਣਾ, ਠੀਕ ਆ। ਸੋ ਆਹ ਜ਼ਰੂਰੀ ਹੁੰਦਾ ਜਿਹੜਾ ਕਿ ਭਾਰਤੀ ਸੰਵਿਧਾਨ ਦੀ ਧਾਰਾ 108 ਸਾਨੂੰ ਕਹਿੰਦੀ ਆ ਕਿ ਜੁਆਇੰਟ ਸਿਟਿੰਗ ਹੁੰਦੀ ਆ ਬੋਥ ਦੀ ਹਾਊਸ, ਠੀਕ ਆ। ਸੋ ਇਹਨੂੰ ਜੇਕਰ ਆਪਾਂ ਗੱਲ ਕਰੀਏ ਇਹਨੂੰ ਕੌਣ ਬੁਲਾਉਂਦਾ ਹੁੰਦਾ ਵਾ? ਇਹਨੂੰ ਬੁਲਾਉਂਦਾ ਹੁੰਦਾ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਇਹਨੂੰ ਬੁਲਾ ਸਕਦਾ ਹੁੰਦਾ, ਤੇ ਇਹਨੂੰ ਪ੍ਰੈਜ਼ੀਡਿੰਗ ਆਫਿਸਰ ਕਿਹੜਾ ਹੁੰਦਾ ਇਹਦਾ? ਲੋਕ ਸਭਾ ਦਾ ਸਪੀਕਰ।
मैं तुहानूं कराया होया, मेरे अकॉर्डिंग बार बार समझाउण दी लोड़ नहीं। 109 नंबर आर्टिकल जिहड़ा साडा स्पैशल प्रोसीजर दिता होया मनी बिल ने, पर वैसे एक्चुअल दे विच मनी बिल बारे पुछे तां 110 नंबर आर्टिकल हुंदा। एनुअल फाइनैंशियल स्टेटमेंट जिहनूं आपां कह दिंदे आ, जिहनूं आपां बजट कह दिंदे आ, ठीक आ। बजट वैसे अपने उहदे विच ना संविधान दे विच नहीं वर्ड लिखिया होया, एनुअल फाइनैंशियल स्टेटमेंट आ जिहड़ी, इहनूं ही बजट कहने हुंदे आपां। ਤਾਂ ਇਹ 112 ਨੰਬਰ ਆਰਟੀਕਲ 'ਚ ਦਰਜ ਆ, ਬਹੁਤ ਇੰਪੋਰਟੈਂਟ ਬਣਦੇ ਨੇ, ਜ਼ਰੂਰ ਯਾਦ ਕਰ ਲਿਓ। ਹੋਰ ਕਿਹੜਾ ਆ ਗਿਆ ਜੀ, ਆ ਜੀ ਪਾਵਰ ਆਫ ਪ੍ਰੈਜ਼ੀਡੈਂਟ ਟੂ ਪ੍ਰੋਲੋਗ ਆਰਡੀਨੈਂਸ ਆਫ ਦਾ, ਇਹ ਵੀ ਪੇਪਰ 'ਚ ਪੁੱਛਿਆ ਜਾਂਦਾ। 123 ਨੰਬਰ। 124 ਨੰਬਰ 1 2 का 4 ਹੈਗਾ ਜੀ ਸਾਡਾ ਕਿਹਦੇ ਲਈ, ਸੁਪਰੀਮ ਕੋਰਟ ਲਈ, ਯਾਦ ਹੈ, ਠੀਕ ਹੈ। ਇਹਨੂੰ ਯਾਦ ਕਰ ਲਿਓ, 1 2 का 4 ਸੁਪਰੀਮ ਕੋਰਟ ਦੀ। ਸੈਲਰੀਆਂ ਹੋ ਗਈਆਂ ਜੱਜਾਂ ਦੀਆਂ। ਅਪਾਇੰਟਮੈਂਟ ਆਫ ਐਕਟਿੰਗ ਚੀਫ ਜਸਟ 126 ਆ ਪੇਪਰ ਦੇ ਵਿੱਚ ਕੁਐਸਚਨ ਆ ਚੁੱਕਿਆ। 127 ਨੰਬਰ ਐਡ ਹੌਕ ਜੱਜਸ ਲਈ। 128 ਨੰਬਰ ਜਿਵੇਂ ਅਟੈਂਡੈਂਸ ਆਫ ਰਿਟਾਇਰਡ, ਇਹ ਛੱਡ ਦਿਓ, ਕੋਈ ਦਿੱਕਤ ਨਹੀਂ ਗਾ। 129 ਨੰਬਰ ਆਰਟੀਕਲ ਦੇ ਵਿੱਚ ਸੁਪਰੀਮ ਕੋਰਟ ਟੂ ਬੀ ਕੋਰਟ ਆਫ ਰਿਕਾਰਡ, ਇਹ ਵੀ ਇੰਪੋਰਟੈਂਟ ਬਣਦਾ, ਪੇਪਰ 'ਚ ਆ ਚੁੱਕਿਆ ਵੀ। ਹੁਣ ਜੀ ਨੈਕਸਟ ਇਹਦੇ ਵਿੱਚ ਹੋਰ ਕਿਹੜਾ ਇੰਪੋਰਟੈਂਟ ਬਣਦਾ ਵਾ ਜੀ, 137 38 39 ਆ 148 ਆ ਗਿਆ, ਬਹੁਤ ਇੰਪੋਰਟੈਂਟ ਬਣਦਾ ਜੀ ਆਹ 148 ਨੰਬਰ ਆਰਟੀਕਲ। 148 ਨੰਬਰ ਆਰਟੀਕਲ ਕੰਟਰੋਲਰ ਐਂਡ ਆਡੀਟਰ ਜਨਰਲ ਦਾ ਕਰਵਾਇਆ ਹੋਇਆ। ਡਿਊਟੀਜ਼ ਕਿੱਥੇ ਆ, 149 ਨੰਬਰ ਦੇ ਵਿੱਚ ਕੈਗ ਦੀਆਂ। ਹੁਣ ਸਟੇਟ ਬਾਰੇ ਪਾਰਟ 6 'ਚ ਦਰਜ ਆ ਜੀ, 152 ਤੋਂ 237 ਤੱਕ ਜੀ। 153 ਨੰਬਰ ਹੈਗਾ ਗਵਰਨਰ ਦਾ। 154 ਨੰਬਰ ਗਵਰਨਰ ਦੀਆਂ ਐਗਜ਼ੀਕਿਊਟਿਵ ਪਾਵਰ ਦਾ, ਪਾਰਡਨਿੰਗ ਪਾਵਰ ਦਿੱਤੀਆਂ ਹੋਈਆਂ ਨੇ। 161 ਨੰਬਰ। 165 ਨੰਬਰ ਆਰਟੀਕਲ ਬਹੁਤ ਇੰਪੋਰਟੈਂਟ ਆ, ਐਡਵੋਕੇਟ ਜਨਰਲ ਆਫ ਦੀ ਸਟੇਟ, ਠੀਕ ਹੈ ਜੀ। ਅਟਾਰਨੀ ਜਨਰਲ ਨਾਲ ਥੋੜਾ ਜਿਹਾ ਕੰਪੇਅਰ ਕਰ ਸਕਦੇ ਹੋ, ਪਰ ਅਟਾਰਨੀ ਜਨਰਲ ਅਲੱਗ ਪੋਸਟ ਆ, ਇਹ ਅਲੱਗ ਪੋਸਟ ਆ। ਉਹ ਸੈਂਟਰ ਤੇ ਪੂਰੇ ਸੈਂਟਰ ਲੈਵਲ ਦੀ ਗਵਰਨਮੈਂਟ ਆਫ ਇੰਡੀਆ ਨੂੰ ਰੀਪ੍ਰਜੈਂਟ ਕਰਦਾ ਹੁੰਦਾ ਅਟਾਰਨੀ ਜਨਰਲ ਆਫ ਇੰਡੀਆ। ਇਹ ਸਟੇਟ ਨੂੰ ਕਰਦਾ ਹੁੰਦਾ ਐਡਵੋਕੇਟ ਜਨਰਲ ਆਫ ਦੀ ਸਟੇਟ। ਪਾਵਰ ਆਫ ਦਾ ਗਵਰਨਰ ਨੂੰ ਪ੍ਰੋਲੋਗ ਆਰਡੀਨੈਂਸ, ਠੀਕ ਆ। 213 ਵਾ, ਜਿੱਦਾਂ ਕਿ ਆਪ ਪੜ੍ਹਿਆ ਸੀਗਾ ਆਪਾਂ। ਤਾਂ ਨੈਕਸਟ ਆ ਗਿਆ ਜੀ ਸਾਡੇ ਕੋਲ ਹਾਈ ਕੋਰਟ ਫॉर ਦਾ ਸਟੇਟ। 214 2 1 का 4 ਆ ਗਿਆ ਸਾਡਾ ਹਾਈ ਕੋਰਟ ਲਈ, ਤੇ 1 2 का 4 ਸਾਡਾ ਕਿਹਦੇ ਲਈ ਆ ਗਿਆ, ਸੁਪਰੀਮ ਕੋਰਟ ਲਈ। ਬਸ ਇਹਨੂੰ ਉਲਟ ਕਰ ਦਿਓ, ਤੁਹਾਡਾ ਸਹੀ ਹੋ ਜਾਊਗਾ, ਠੀਕ ਆ। 1 2 का 4 ਕਿੰਨਾ ਆ ਗਿਆ ਸਾਡਾ, 1 2 का 4 ਆ ਗਿਆ ਜੀ ਸਾਡਾ ਸੁਪਰੀਮ ਕੋਰਟ ਲਈ, ਠੀਕ ਹੈ ਜੀ। 2 1 का 4 ਕਾਹਦਾ, 4 ਉੱਥੇ ਹੀ ਰਹਿ ਜਾਣਾ, ਇਹਨਾਂ ਨੂੰ ਉੱਪਰ ਥੱਲੇ ਕਰ ਦਿਓ ਤਾਂ ਹਾਈ ਕੋਰਟ ਆ ਗਿਆ। ਚਲੋ ਜੀ, ਟ੍ਰਿਕ ਹੋ ਗਈ ਤੁਹਾਡੀ। ਤਾਂ ਨੈਕਸਟ ਆ ਗਿਆ ਜੀ ਹਾਈ ਕੋਰਟ ਟੂ ਬੀ ਕੋਰਟ ਆਫ ਰਿਕਾਰਡ। 215 ਨੰਬਰ। ਇਸ਼ੂ 206 ਬਹੁਤ ਇੰਪੋਰਟੈਂਟ ਬਣਦਾ ਕਿ ਹਾਂਜੀ ਹਾਈ ਕੋਰਟ ਕਿੰਨੇ ਨੰਬਰ ਆਰਟੀਕਲ ਦੇ ਤਹਿਤ ਰਿਟਾਂ ਜਾਰੀ ਕਰ ਸਕਦਾ ਵਾ, ਠੀਕ ਆ। ਤਾਂ 226 ਨੰਬਰ ਆਰਟੀਕਲ 'ਚ ਅਪਾਇੰਟਮੈਂਟ ਆਫ ਡਿਸਟ੍ਰਿਕਟ ਜੱਜ। 33 ਜਾਂ 35 ਨੰਬਰ 'ਚ ਕੰਟਰੋਲ ਓਵਰ ਸਬੋਰਡੀਨੇਟ ਕੋਰਟਸ ਦੇ ਵਿੱਚ। ਹੁਣ ਜੀ ਨੈਕਸਟ ਆ ਗਿਆ ਜੀ ਸਾਡੇ ਕੋਲੇ ਪਾਰਟ 8 ਯੂਨੀਅਨ ਟੈਰੀਟਰੀ ਦੀਆਂ। ਪਾਰਟ 9 ਦੇ ਵਿੱਚ ਪੰਚਾਇਤੀ ਰਾਜ ਮੈਂ ਤੁਹਾਨੂੰ ਕਰਾਇਆ ਹੋਇਆ, ਠੀਕ ਆ, 9 ਤੋਂ। ਤਾਂ ਨੈਕਸਟ ਗ੍ਰਾਮ ਸਭਾ ਹੋ ਗਿਆ 43 A B। ਇਹ ਤਾਂ ਤੁਹਾਨੂੰ ਪੰਚਾਇਤੀ ਰਾਜ ਵਾਲੇ ਤਾਂ ਸਾਰੇ ਆਰਟੀਕਲ ਯਾਦ ਕਰਨੇ ਪੈਣੇ ਆ, ਉਹ ਮੈਂ ਤੁਹਾਨੂੰ ਦਿੱਤੇ ਹੋਏ ਨੇ, ਠੀਕ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਸੀਂ ਛੱਡ ਦੇਣੇ ਨੇ, ਜਿਹੜੇ ਮੈਂ ਤੁਹਾਨੂੰ ਨਾਲ ਦੀ ਨਾਲ ਕਲਾਸਾਂ ਦੇ ਵਿੱਚ ਕਰਵਾਏ ਹੋਇਆ, ਕੋਸ਼ਿਸ਼ ਕਰਿਓ ਉਹ ਵੀ ਕਰ ਲਿਓ, ਠੀਕ ਆ। 9A ਦੇ ਵਿੱਚ ਮਿਊਨਿਸਪੈਲਿਟੀ ਆ, 9B 'ਚ ਕੋਆਪਰੇਟਿਵ ਸੁਸਾਇਟੀ, ਇਹਨੂੰ ਸਿੱਧਾ ਹੀ ਯਾਦ ਕਰ ਲਿਓ, ਠੀਕ ਆ। ਆਰਟੀਕਲ ਦਿੱਤੇ ਹੋਏ ਨੇ। 10 ਨੰਬਰ ਸ਼ਡਿਊਲ ਟਰਾਈਬ ਏਰੀਆ, ਸ਼ਡਿਊਲ ਐਂਡ ਟਰਾਈਬਸ ਏਰੀਆ ਵਾ। ਸੈਂਟਰ ਐਂਡ ਸਟੇਟ ਰਿਲੇਸ਼ਨ 245 ਤੋਂ ਲੈ ਕੇ 63 ਤੱਕ ਆ, ਠੀਕ ਆ, ਕਰਵਾਇਆ ਹੋਇਆ ਮੈਨੂੰ ਤਾਂ। ਫਾਈਨੈਂਸ ਪ੍ਰੋਪਰਟੀ ਕੰਟਰੈਕਟ 64 ਤੋਂ ਲੈ ਕੇ 66 ਨੰਬਰ ਆ ਜ਼ਰੂਰ ਕਰ ਦਿਓ। 266 ਨੰਬਰ 'ਚ ਕੰਸੋਲੀਡੇਟਡ ਫੰਡ ਐਂਡ ਪਬਲਿਕ ਅਕਾਊਂਟ ਫੰਡ ਆ। ਕੰਟੀਜੈਂਸੀ ਫੰਡ ਹੈਗੀਆਂ 267 ਨੰਬਰ 'ਚ। 280 ਨੰਬਰ ਹੈਗੇ ਆ ਜੀ ਫਾਈਨੈਂਸ ਕਮਿਸ਼ਨ ਲਈ, ਇੰਪੋਰਟੈਂਟ ਬਣਦਾ। 300 ਮੈਂ ਤੁਹਾਨੂੰ ਕਰਾਤਾ ਕਿ ਰਾਈਟ ਟੂ ਪ੍ਰੋਪਰਟੀ ਲੀਗਲ ਰਾਈਟ ਆ। ਤਾਂ ਜੀ ਨੈਕਸਟ ਆ ਗਿਆ ਜੀ ਸਾਡਾ, ਛੱਡ ਦਿਓ ਜੀ ਇਹਨੂੰ, ਕੋਈ ਦਿੱਕਤ ਨਹੀਂ, ਬੜਾ ਇੰਪੋਰਟੈਂਟ ਨਹੀਂ ਬਣਦਾ। ਆ ਪੇਪਰ 'ਚ ਆਇਆ ਹੋਇਆ ਜੀ ਆਲ ਇੰਡੀਆ ਸਰਵਿਸ ਕਿੰਨੇ ਨੰਬਰ ਆਰਟੀਕਲ 'ਚ ਦਰਜ ਆ ਜੀ, 312 ਨੰਬਰ ਆਰਟੀਕਲ ਦੇ ਵਿੱਚ ਦਰਜ ਆ। 315 ਨੰਬਰ UPSC ਤੇ ਸਟੇਟ PCS ਦਾ ਦਰਜ ਆ, ਠੀਕ ਹੈ ਜੀ। ਤੇ 320 ਨੰਬਰ ਆਰਟੀਕਲ ਫੰਕਸ਼ਨ ਆਫ ਦਾ ਪਬਲਿਕ ਸਰਵਿਸ ਕਮਿਸ਼ਨ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡਾ ਟ੍ਰਿਬਿਊਨਲ ਲਈ 323A ਤੇ ਦਰਜ ਆ, ਠੀਕ ਆ। ਇਲੈਕਸ਼ਨ ਲਈ ਮੈਂ ਤੁਹਾਨੂੰ ਕਰਾਇਆ ਹੋਏਗਾ 324 ਨੰਬਰ ਆਰਟੀਕਲ, ਇਹ ਤੁਹਾਨੂੰ ਪਿਛਲੀ ਕਲਾਸ 'ਚ ਕਰਾਇਆ ਹੋਇਆ, ਸੋ ਇਹ 'ਤੇ ਆਪਾਂ ਟਾਈਮ ਨਹੀਂ ਹੋ ਕਰਾਂਗੇ। ਆਹ ਪੇਪਰ 'ਚ ਜ਼ਰੂਰ ਪੁੱਛਿਆ ਜਾਂਦਾ ਜੀ। 338 ਨੰਬਰ ਆਰਟੀਕਲ ਨੈਸ਼ਨਲ ਕਮਿਸ਼ਨ ਫॉर SC ਐਂਡ ST ਲਈ ਆ। ਤਾਂ 340 ਨੰਬਰ ਅਪਾਇੰਟਮੈਂਟ ਆਫ ਦਾ ਕਮਿਸ਼ਨ ਟੂ ਇਨਵੈਸਟੀਗੇਸ਼ਨ ਆਫ ਦਾ ਕੰਡੀਸ਼ਨ ਆਫ ਦਾ ਬੈਕਵਰਡ ਕਲਾਸਿਸ ਏਰੀਆ। ਅਫੀਸ਼ੀਅਲ ਲੈਂਗੁਏਜ ਜੀ 43 ਤੋਂ ਲੈ ਕੇ 51 ਤੱਕ ਆ, ਇਹ ਵੀ ਮੇਰਾ ਤੁਹਾਨੂੰ ਪਿਛਲੀ ਹੀ ਕਲਾਸ ਦੇ ਵਿੱਚ ਕਰਵਾਇਆ ਹੋਇਆ, ਕਰ ਲਿਓ ਤੁਸੀਂ, ਠੀਕ ਹੈ ਜੀ ਆਪਣਾ। ਹਾਂਜੀ ਆਹ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ, ਮੋਸਟ ਇੰਪੋਰਟੈਂਟ ਆ ਪਾਰਟ 18 ਜੀ ਸਾਡੇ ਕੋਲ ਦਰਜ ਆ ਜੀ ਐਮਰਜੈਂਸੀ ਪ੍ਰੋਵੀਜ਼ਨ ਲਈ। 52 ਨੰਬਰ ਨੈਸ਼ਨਲ ਐਮਰਜੈਂਸੀ, 56 ਨੰਬਰ ਸਟੇਟ ਐਮਰਜੈਂਸੀ, 60 ਨੰਬਰ ਫਾਈਨੈਂਸ਼ੀਅਲ ਐਮਰਜੈਂਸੀ। ਕਰ ਲਿਓ, ਸਿੱਧਾ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਇਹ 'ਚੋਂ। ਸੋ ਜੀ ਨੈਕਸਟ ਆ ਗਿਆ ਜੀ ਸਾਡੇ ਕੋਲ 368 ਨੰਬਰ ਜਿਹੜਾ ਆਪਣਾ ਆਰਟੀਕਲ ਆ, ਠੀਕ ਆ, 20ਵੇਂ ਪਾਰਟ 'ਚ ਦਰਜ ਆ। 368 ਨੰਬਰ ਆਰਟੀਕਲ 'ਚ ਪਾਵਰ ਆਫ ਪਾਰਲੀਮੈਂਟ ਟੂ ਅਮੈਂਡ ਦਾ ਕੌਂਸਟੀਟਿਊਸ਼ਨ। ਸਪੈਸ਼ਲ ਪ੍ਰੋਵੀਜ਼ਨ ਔਰ ਟੈਂਪਰੇਰੀ ਪ੍ਰੋਜੀਸ਼ਨ ਜਿਹੜੀਆਂ ਹੋ ਗਈਆਂ, ਠੀਕ ਆ ਜੀ। ਸਪੈਸ਼ਲ ਪ੍ਰੋਵੀਜ਼ਨਸ ਜਿਹੜੀ 370 ਨੰਬਰ ਆਰਟੀਕਲ 'ਚ ਦਿੱਤੀ ਹੋਈ ਆ। 371 'ਚ ਨਾਗਾਲੈਂਡ ਦਾ ਦਿੱਤਾ ਹੋਇਆ। 371 'ਚ ਹੈਦਰਾਬਾਦ ਤੇ ਕਰਨਾਟਕਾ ਰੀਜਨ ਦਾ ਦਿੱਤਾ ਹੋਇਆ। ਤਾਂ ਨੈਕਸਟ ਆਪਣਾ 22 ਨੰਬਰ ਪਾਰਟ ਦੇ ਵਿੱਚ ਆਹ ਆ ਗਿਆ। ਸੋ ਬਸ ਹੋਰ ਜ਼ਿਆਦਾ ਇੰਪੋਰਟੈਂਟ ਇਹਦੇ ਵਿੱਚ ਬਣਦਾ ਨਹੀਂ। ਤਾਂ ਜੀ 27 ਨੰਬਰ ਕਲਾਸ ਆਪਣੀ ਖਤਮ ਹੋ ਗਈ ਆ। ਸੋ ਥੋੜ੍ਹਾ ਬਹੁਤ ਮੈਂ ਤੁਹਾਨੂੰ ਕਰਵਾਤਾ ਹੋਇਆ, ਵੈਸੇ ਇਹ ਤਾਂ ਮੈਂ ਤੁਹਾਨੂੰ ਸਿੱਧੀ PDF ਵੀ ਦੇ ਦਿੰਦਾ, ਤੁਹਾਨੂੰ PDF ਤੋਂ ਵੀ ਪੜ੍ਹ ਸਕਦਾ, ਕਿਉਂਕਿ ਇਹਦੇ ਵਿੱਚ ਕੁਝ ਖਾਸ ਮੈਂ ਤੁਹਾਨੂੰ ਸਮਝਾਉਣ ਵਾਲੀ ਕੋਈ ਚੀਜ਼ ਨਹੀਂ ਸੀ। ਸੋ ਇੱਕ ਵਾਰੀ ਤੁਹਾਨੂੰ ਦੱਸਤਾ ਕਿ ਆਹ ਵਾਲੀਆਂ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਮੈਂ ਸਟਾਰ ਮਾਰਕ ਕੀਤੀਆਂ, ਸਭ ਤੋਂ ਪਹਿਲਾਂ ਉਹ ਕਰ ਲਓ, ਉਸ ਤੋਂ ਬਾਅਦ ਕਰਨੀਆਂ ਤੁਹਾਨੂੰ ਸਾਰੀਆਂ ਪੈਣੀਆਂ ਨੇ, ਹੌਲੀ ਹੌਲੀ ਕਰਕੇ ਕਰ ਲਿਓ,
ठीक है जी, एकदम ਦਾ ਕੋਈ ਚੀਜ਼ ਹੁੰਦੀ ਨਹੀਂ ਹੁੰਦੀ। ਸੋ 27 ਨੰਬਰ ਕਲਾਸ ਆਪਣੀ ਖਤਮ ਹੋ ਗਈ ਆ। ਹੁਣ ਅਗਲੀ ਕਲਾਸ ਆਪਣੀ ਅਮੈਂਡਮੈਂਟ ਦੀ ਆਖਰੀ ਕਲਾਸ ਹੋਏਗੀ। ਬਹੁਤ ਚੰਗੀ ਤਰ੍ਹਾਂ ਕਲਾਸ ਕਰਾਂਗੇ। ਅਮੈਂਡਮੈਂਟ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਆਪਾਂ ਰਟਾ ਦੇਣੀ ਹੈ ਇਹ ਕਲਾਸ ਦੇ ਵਿੱਚ, ਠੀਕ ਆ। ਸੋ ਅਗਲੀ ਕਲਾਸ ਆਪਾਂ ਪੂਰੀ ਵਧੀਆ। ਸੋ ਉੱਪਰ ਵਾਲੀ ਕਲਾਸ ਤੇ ਵੀ ਬਹੁਤ ਟਾਈਮ ਲੱਗਿਆ ਬਾਈ ਤਿਆਰ ਕਰਨ ਨੂੰ। ਚਾਹੇ ਇਹ ਵੀਡੀਓ ਜ਼ਰੂਰ ਛੋਟੀ ਬਣਾਈ ਆ, ਮੈਂ ਜ਼ਿਆਦਾ ਨਹੀਂ ਐਕਸਪਲੇਨ ਕਰ ਪਾਇਆ ਇਹਨੂੰ, ਕਿਉਂਕਿ ਇਹਦੇ ਵਿੱਚ ਜ਼ਿਆਦਾ ਐਕਸਪਲੇਨ ਕਰਨੀ ਤਾਂ ਪੂਰੀ ਪੋਲਿਟੀ ਹੀ ਪੜ੍ਹਾਉਣੀ ਪੈਣੀ ਸੀ ਤੁਹਾਨੂੰ। ਸੋ ਤੁਸੀਂ ਸੋਚ ਸਕਦੇ ਹੋ ਕਿ ਇੰਨਾ ਟਾਈਮ ਤਾਂ ਹੈ ਹੀ ਨਹੀਂ ਸੀ, ਜਦ ਆਪਾਂ ਸਾਰੀ ਕਰਾਈ ਹੋਈ ਆ। ਇਹਦਾ ਮਤਲਬ ਇਹ ਨਹੀਂ ਕਿ ਜੇ ਉੱਪਰ ਵਾਲਾ ਮੈਂ ਕਰਵਾਇਆ ਨਹੀਂ ਹੁਣ ਤੁਹਾਨੂੰ, ਤਾਂ ਉੱਪਰ ਤੁਹਾਨੂੰ ਨਹੀਂ ਕਰਵਾਇਆ, ਤੁਹਾਨੂੰ ਮੈਂ ਕੱਲੀ ਚੀਜ਼ ਸਮਝਾਈ ਹੋਈ ਆ। ਕੱਲਾ ਪਾਰਟ, ਕੱਲੇ ਆਰਟੀਕਲ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਵਾਏ ਹੋਏ ਨੇ ਜੀ। ਉਹ ਕਲਾਸਾਂ ਮਿਸ ਨਾ ਕਰਿਓ। ਇਹ ਸਿਰਫ ਤੁਹਾਡੀ ਯਾਦ ਲਈ ਹੈ। ਇਹਨੂੰ ਪ੍ਰਿੰਟ ਕਰਵਾ ਲਿਓ, ਪ੍ਰਿੰਟ ਕਢਵਾ ਕੇ ਰੱਖ ਲਿਓ। ਕੱਲ੍ਹ ਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ, ਠੀਕ ਹੈ ਜੀ। ਕੱਲ੍ਹ ਨੂੰ ਆਪਣੀ ਹੁਣ ਹੋਏਗੀ ਜੀ ਆਪਣੀ ਕਲਾਸ MCQ ਦੀ ਕਲਾਸ ਹੋਏ, ਤੇ ਪਰਸੋਂ ਨੂੰ ਸ਼ੁੱਕਰਵਾਰ ਨੂੰ ਆਪਣੀ ਕਲਾਸ ਹੋਏਗੀ ਜੀ ਪੋਲਿਟੀ ਦੀ ਅਮੈਂਡਮੈਂਟ, ਠੀਕ ਹੈ ਜੀ। ਸੋ 28 ਕਲਾਸਾਂ ਦੇ ਨਾਲ ਆਪਣੀ ਪੋਲਿਟੀ ਕੰਪਲੀਟ ਆ। ਹੁਣ ਇਸ ਤੋਂ ਬਾਅਦ ਤੁਹਾਨੂੰ ਪੋਲਿਟੀ ਕਿਤੋਂ ਵੀ ਹੋਰ ਪੜ੍ਹਨ ਦੀ ਲੋੜ ਨਹੀਂ। MCQ ਕਰੋ। ਆਪਾਂ MCQ ਸ਼ੁਰੂ ਕੀਤੇ ਨੇ, ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਆਪਣਾ ਇੱਕ ਕੁਇਜ਼ ਨਾਮ ਦਾ MCQ ਕੁਇਜ਼ ਨਾਮ ਦਾ ਆਪਣਾ ਚੈਨਲ ਆਪਾਂ ਗਰੁੱਪ ਬਣਾਇਆ ਵਾ ਆਪਣੇ ਚੈਨਲ ਨਾਲ ਲਿੰਕ ਕਰਕੇ, ਜਿਹਦੇ ਵਿੱਚ ਕਿ ਆਪਾਂ ਜਿੰਨੇ MCQ ਅਜੇ ਤੱਕ ਟੈਲੀਗ੍ਰਾਮ ਤੇ 1000+ MCQ ਕਰ ਸਕਦੇ ਹਾਂ, ਚੁੱਕੇ ਆ, ਉਹ ਆਪਾਂ ਉਹਦੇ ਵਿੱਚ ਸੈਂਡ ਕਰਨਾ ਹੈ। ਤੇ ਜਿਹੜੇ ਆਪਾਂ ਨਵੇਂ MCQ ਜਿਹੜੇ ਰੂਟੀਨ ਦੇ ਵਿੱਚ ਕਰਾਂਗੇ, ਠੀਕ ਆ, ਜਿਹੜੇ ਇੰਪੋਰਟੈਂਟ ਬਣ ਗਏ, ਉਹ ਵੀ ਆਪਾਂ ਉਹਦੇ ਵਿੱਚ ਹੀ ਚੈਨਲ ਤੇ ਕਰਾਂਗੇ, ਠੀਕ ਹੈ ਜੀ, ਗਰੁੱਪ ਦੇ ਵਿੱਚ। ਉਹ ਜੁਆਇਨ ਕਰ ਲਿਓ ਜ਼ਰੂਰ। ਮੈਂ ਵੀਡੀਓ ਬਣਾਈ ਹੋਏਗਾ ਕਿੱਦਾਂ ਤੁਸੀਂ ਉਹਨੂੰ ਅਟੈਂਪਟ ਕਰ ਸਕਦੇ ਹੋ, ਠੀਕ ਹੈ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਾਂ ਅਗਲੀ ਅਪਡੇਟ ਦੇ ਵਿੱਚ।